विन सतगुर वाट न पावै। जे जानस ब्रह्मं कर्मं सब फोकट निश्चौ कर्मं। कहो नानक निहचौ ध्यावै। विन सतगुर वाट न पावै। वाहिगुरु जी का खालसा वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਪਿਛਲੇ ਦਿਨਾਂ ਤੋਂ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਆਸਾ ਕੀ ਵਾਰ ਦੇ ਅੰਮ੍ਰਿਤ ਪੌੜੀਆਂ ਔਰ ਸ਼ਲੋਕਾਂ ਦੀ ਵਿਚਾਰ ਵੱਖ-ਵੱਖ ਥਾਵਾਂ ਤੇ ਕਰਦੇ ਹੋਏ ਇਸ ਅਸਥਾਨ ਤੇ 13ਵੀਂ ਪੌੜੀ ਔਰ ਉਸ ਪੌੜੀ ਨਾਲ ਦਰਜ ਜੋ 2 ਸ਼ਲੋਕ ਨੇ ਇਹਨਾਂ ਦੀ ਵਿਚਾਰ ਆਪਾਂ ਕੀਤੀ ਸੀ। ਕੱਲ ਸਵੇਰ ਦੇ ਦੀਵਾਨ ਵਿੱਚ 14ਵੀਂ ਪੌੜੀ ਨਾਲ ਦਰਜ ਜੋ ਪਹਿਲਾ ਸ਼ਲੋਕ ਹੈ, ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਇਸ ਦੀ ਵਿਚਾਰ ਆਪਾਂ ਕੀਤੀ ਸੀ। ਹੁਣ ਜੋ ਆਪ ਜੀ ਨੇ ਵਿਚਾਰ ਅਧੀਨ ਸ਼ਲੋਕ ਸਰਵਣ ਕੀਤਾ ਹੈ, ਇਹ ਸ਼ਲੋਕ 14ਵੀਂ ਪੌੜੀ ਨਾਲ ਦਰਜ ਗੁਰੂ ਨਾਨਕ ਸਾਹਿਬ ਜੀ ਦਾ ਦੂਸਰਾ ਸ਼ਲੋਕ ਹੈ। ਆਓ ਅੱਜ ਇਸ ਸੁਬਹ ਦੇ ਦੀਵਾਨ ਵਿੱਚ ਇਸ ਸ਼ਲੋਕ ਦੇ ਅੱਖਰੀ ਅਰਥ, ਇਸ ਸ਼ਲੋਕ ਦੇ ਭਾਵ ਅਰਥ ਔਰ ਇਸ ਸ਼ਲੋਕ ਦੀ ਵਿਚਾਰ ਗੁਰੂ ਬਾਬਾ ਜੀ ਦੀ ਬਖਸ਼ੀ ਹੋਈ ਸਬੁੱਧੀ ਅਨੁਸਾਰ ਕਰ ਸਕੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਅਦਬ ਨਾਲ ਆਸ਼ੀਸ਼ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਿਵੇਂ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਿੰਬਲ ਦੇ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ, ਉਦਾਹਰਨ ਦੇ ਕੇ ਉਸ ਰੁੱਖ ਦਾ ਵੱਡਾਪਨ, ਉਸ ਰੁੱਖ ਦਾ ਵਜੂਦ
ਪਰ ਉਸ ਦੇ ਵਜੂਦ ਨੂੰ ਫੁੱਲਾਂ ਤੇ ਫਲਾਂ ਨੂੰ ਦੇਖ ਕੇ ਆਏ ਹੋਏ ਪੰਛੀ ਉਹਨਾਂ ਦੇ ਪੱਲੇ ਨਿਰਾਸ਼ਤਾ ਪੈਣੀ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ, ਜਾਹੇ ਨਿਰਾਸ਼ੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇਂ ਪਤ। ਇਹ ਦ੍ਰਿਸ਼ਟਾਂਤ ਭਾਵੇਂ ਇੱਕ ਬ੍ਰਿਕਸ਼ ਰੁੱਖ ਦਾ ਦਿੱਤਾ ਹੈ, ਪਰ ਸੂਝਵਾਨ ਵਿਚਾਰਵਾਨ ਕਹਿੰਦੇ ਨੇ ਇਸ ਰੁੱਖ ਦੇ ਦ੍ਰਿਸ਼ਟਾਂਤ ਰਾਹੀਂ ਵੀ ਹਜ਼ੂਰ ਕਿਸੇ ਉਸ ਪਰਪੰਚੀ ਪਖੰਡੀ ਵੱਲ ਇਸ਼ਾਰਾ ਪੈ ਕਰਦੇ ਨੇ ਕਿ ਜਿਹੜਾ ਸਰੀਰਕ ਤੌਰ ਤੇ ਮੋਟਾ ਤਾਜ਼ਾ ਲੰਬੇਰਾ ਵੀ ਹੈ ਤੇ ਉਸ ਦਾ ਭੇਖ, ਉਸ ਦਾ ਲਿਬਾਸ ਪਰਮਾਰਥ ਦੇ ਸ਼ੌਂਕ ਰੱਖਣ ਵਾਲੇ, ਪ੍ਰਭੂ ਸ਼ਬਦ ਦੇ ਮੁਤਲਾਸ਼ੀ ਜਾਂ ਰੂਹਾਨੀਅਤ ਕਮਾਨ ਵਾਲਿਆਂ ਨੂੰ ਉਹਦਾ ਭੇਖ ਪ੍ਰਭਾਵਿਤ ਵੀ ਕਰਦਾ ਹੈ, ਜਿਹੜਾ ਸ਼ੌਂਕ ਰੱਖਦੇ ਨੇ। ਪਰ ਜਦੋਂ ਉਹ ਉਸ ਪਖੰਡੀ ਦੇ ਕੋਲ ਆਉਂਦੇ ਨੇ ਤੇ ਇਸ ਤਰ੍ਹਾਂ ਨਿਰਾਸ਼ਤਾ ਪੱਲੇ ਪੈਂਦੀ ਹੈ, ਜਿਵੇਂ ਸਿਮਲ ਰੁੱਖ ਦੇ ਫਲ ਦਾ ਭਰੋਸਾ ਕਰਕੇ ਪੰਛੀ ਆ ਜਾਏ, ਦੂਰੋਂ ਵੇਖਣ ਨੂੰ ਚੰਗਾ ਲੱਗੇ, ਪਰ ਜਦੋਂ ਉਸ ਫਲ ਨੂੰ ਉਹ ਚੁੰਝ ਮਾਰੇ, ਉਸ ਵਿੱਚੋਂ ਕੇਵਲ ਫਿੱਕਾ ਰੂਹ ਨਿਕਲੇ। ਇਹੋ ਜਿਹਾ ਪਰਪੰਚੀ ਦੂਰੋਂ ਵੇਖਣ ਨੂੰ ਧਰਮੀ ਲੱਗੇ, ਪਰ ਜਦੋਂ ਉਹਦੇ ਨਜ਼ਦੀਕ ਜਾ ਕੇ ਵਰਤਨ ਵਿਹਾਰ ਕੀਤਾ ਜਾਏ ਤੇ ਇਸ ਤਰ੍ਹਾਂ ਨਿਰਾਸ਼ਤਾ ਪੱਲੇ ਪਵੇ ਕਿ ਜਿਵੇਂ ਇੱਕ ਤੋਤੇ ਨੂੰ ਸਿੰਬਲ ਦੇ ਫਲ ਤੋਂ ਨਿਰਾਸ਼ਤਾ ਮਿਲਦੀ ਹੈ ਕਿ ਜੋ ਦਿਸ ਰਿਹਾ ਹੈ ਉਹ ਹਕੀਕਤ ਵਿੱਚ ਰਸਮਈ ਨਹੀਂ, ਉਹ ਸਚਾਈ ਨਹੀਂ। ਸਤਿਗੁਰੂ ਨੇ ਇਹ ਉਦਾਹਰਨ ਦਿੱਤੀ ਸਿੰਬਲ ਦੀ ਇੱਕ ਪਰਪੰਚੀ ਦੇ ਨਾਲ। ਉਸ ਤੋਂ ਬਾਅਦ ਹਜ਼ੂਰ ਨੇ ਉਸ ਸ਼ਲੋਕ 'ਚ, ਕਿਉਂਕਿ ਆਪਾਂ ਲੜੀ ਜੋੜਨੀ ਹੈ, ਉਸ ਸ਼ਲੋਕ ਵਿੱਚ ਜੋ ਕੱਲ ਅਸੀਂ ਵਿਚਾਰਿਆ, ਨਿਮਰਤਾ ਵਿੱਚ ਝੁਕਣ ਨੂੰ ਵੀ ਮਿਠਾਸ ਮੰਨਿਆ ਹੈ। ਝੁਕਣ ਵਾਲੇ ਵਿੱਚ ਸਾਰੇ ਗੁਣ ਨੇ, ਪਰ ਪਖੰਡ ਕਰਕੇ ਝੁਕਣੇ ਨੂੰ ਸਵੀਕਾਰ ਨਹੀਂ ਕੀਤਾ। ਹਿਰਦੇ ਵਿੱਚ ਕਪਟ ਰੱਖ ਕੇ ਝੁਕਣਾ, ਉਹ ਇਸ ਤਰ੍ਹਾਂ ਝੁਕਣਾ ਹੈ ਕਿ ਜਿਵੇਂ ਇੱਕ ਸ਼ਿਕਾਰੀ ਹਰਨ ਦਾ ਸ਼ਿਕਾਰ ਕਰਨ ਲੱਗਿਆਂ ਜ਼ਮੀਨ ਤੇ ਲੇਟਦਾ ਹੈ। ਉਹਨੂੰ ਸਤਿਗੁਰੂ ਨੇ ਜਿੱਥੇ ਮਿੱਠਤ ਨੀਵੀ ਨਾਨਕਾ ਕਿਹਾ, ਗੁਣ ਚੰਗਿਆਈਆਂ ਤਤ ਸ਼ਬਦ ਵਰਤਿਆ, ਉੱਥੇ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਖਸ਼ਿਸ਼ ਕਰ ਦਿੱਤੀ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ, ਕਿ ਗੁਨਾਹਗਾਰ ਕਈ ਵਾਰੀ ਬਹੁਤ ਜ਼ਿਆਦਾ ਝੁਕਦਾ ਹੈ, ਪਰ ਉਹਦੇ ਝੁਕਣ ਦੇ ਵਿੱਚ ਵੀ ਖੋਟ ਹੈ, ਪਰਪੰਚ ਹੈ। ਇਹ ਅਸੀਂ ਕੱਲ ਵਿਚਾਰਿਆ। ਜਿਹੜਾ ਅੱਜ ਸ਼ਲੋਕ ਅਸੀਂ ਪੜ੍ਹਿਆ ਹੈ, ਆਪ ਜੀ ਨੇ ਸਰਵਣ ਕੀਤਾ ਹੈ, ਭਾਵੇਂ ਇਹ ਸ਼ਲੋਕ ਕਿਸੇ ਬ੍ਰਾਹਮਣ ਨੂੰ, ਵਿਦਵਾਨ ਪੰਡਿਤ ਨੂੰ ਸੰਬੋਧਨ ਕਰਕੇ ਹਜ਼ੂਰ ਨੇ ਉਚਾਰਨ ਕੀਤਾ ਹੈ, ਪਰ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਗੁਰੂ ਕਦੀ ਦਵੈਸ਼ 'ਚ ਨਹੀਂ ਬੋਲਦਾ ਹੁੰਦਾ। ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਗੁਰੂ ਕਦੀ ਵੀ ਈਰਖਾ ਵਸ ਨਹੀਂ ਬੋਲਦਾ। ਜਦੋਂ ਸਤਿਗੁਰੂ ਬੋਲਦੇ ਨੇ, ਔਗਣਾ ਵਿੱਚ ਲਬਰੇਜ਼ ਹੋਇਆ ਬੰਦਾ, ਉਹਦਾ ਫਿਰਕਾ ਕੋਈ ਵੀ ਹੋਵੇ, ਉਹਦੀ ਆਸਥਾ ਕੋਈ ਵੀ ਹੋਵੇ, ਉਹਦੇ ਧਰਮ ਦੇ ਚਿੰਨ੍ਹ ਕੋਈ ਵੀ ਹੋਣ, ਸ਼ੀਸ਼ਾ ਕਦੀ ਝੂਠ ਨਹੀਂ ਬੋਲਦਾ। ਬੇਨਤੀ ਸੁਣਿਓ। ਤੇ ਸ਼ੀਸ਼ਾ ਕਦੀ ਵਿਤਕਰਾ ਵੀ ਨਹੀਂ ਕਰਦਾ। ਜੇ ਮੰਨ ਲਓ ਕਿ ਇੱਕ ਇਨਸਾਨ, ਉਹਦਾ ਚਿਹਰਾ ਕਰੂਪ ਹੈ ਤੇ ਸ਼ੀਸ਼ੇ ਨੇ ਉਹ ਕੁਝ ਹੀ ਦੱਸ ਦੇ, ਜੋ ਕੁਝ ਉਹਦਾ ਫੇਸ, ਜੋ ਉਹਦਾ ਚਿਹਰਾ ਹੈ। ਜੇ ਇੱਕ ਇਨਸਾਨ ਦਾ ਚਿਹਰਾ ਬਿਲਕੁਲ ਸੁੰਦਰ ਹੈ ਤੇ ਸ਼ੀਸ਼ੇ ਨੇ ਉਹ ਕੁਝ ਹੀ ਦੱਸ ਦੇਣਾ ਜਿਹੋ ਜਿਹਾ ਉਹਦਾ ਚਿਹਰਾ ਹੈ। ਸੱਚ ਇਹ ਵੇ ਕਿ ਗੁਰੂ ਤਾਂ ਇੱਕ ਦਰਪਣ ਦੀ ਨਿਆਈ ਸ਼ੀਸ਼ੇ ਦੀ ਤਰ੍ਹਾਂ ਹੈ। ਸ਼ੀਸ਼ਾ ਕਦੀ ਵੀ ਨਹੀਂ ਕਹਿੰਦਾ ਮੈਂ ਹਿੰਦੂ ਦਾ ਚਿਹਰਾ ਹੋਰ ਦਿਖਾਵਾਂਗਾ ਤੇ ਮੁਸਲਮਾਨ ਦੇ ਚਿਹਰੇ ਤੋਂ ਮੈਂ ਹੇਠ ਕਰਾਂਗਾ। ਸ਼ੀਸ਼ਾ ਕਦੀ ਵੀ ਨਹੀਂ ਕਹਿੰਦਾ ਮੈਂ ਈਸਾਈ ਦੇ ਚਿਹਰੇ ਵਿੱਚ ਫਰਕ ਪਾਵਾਂਗਾ ਤੇ ਮੈਂ ਸਿੱਖ ਦਾ ਚਿਹਰਾ ਹੋਰ ਦਿਖਾਵਾਂਗਾ। ਦੇਖੋ, ਸ਼ੀਸ਼ੇ ਦੇ ਸਾਹਮਣੇ, ਦਰਪਣ ਦੇ ਸਾਹਮਣੇ ਕੋਈ ਵੀ ਚਲਾ ਜਾਏ, ਸ਼ੀਸ਼ੇ ਨੇ ਉਸ ਸਚਾਈ ਨੂੰ ਪ੍ਰਗਟ ਕਰ ਦੇਣਾ
ਜਿਹੋ ਜਿਹਾ ਇਨਸਾਨ ਦਾ ਚਿਹਰਾ ਹੈ, ਪਰ ਫਰਕ ਇੰਨਾ ਹੈ ਕਿ ਸ਼ੀਸ਼ਾ ਕੇਵਲ ਬਾਹਰ ਦੀ ਚਮੜੀ ਦਿਖਾ ਸਕਦਾ ਹੈ, ਸ਼ੀਸ਼ਾ ਕੇਵਲ ਬਾਹਰ ਦਾ ਚਿਹਰਾ ਦਿਖਾ ਸਕਦਾ ਹੈ, ਪਰ ਗੁਰੂ ਕੋਲ ਰੂਹਾਨੀਅਤ ਦਾ ਉਹ ਦਰਪਣ, ਉਹ ਸ਼ੀਸ਼ਾ ਹੈ। ਉਹਦੇ ਸਾਹਮਣੇ ਬੰਦਾ ਜਾਏ ਤੇ ਸੱਚ ਇਹ ਵੇ ਕਿ ਗੁਰੂ ਬੰਦੇ ਦੇ ਅੰਦਰ ਦਾ ਚਿਹਰਾ ਦਿਖਾ ਦਿੰਦਾ ਹੈ ਕਿ ਤੇਰੇ ਅੰਦਰ ਹੈ ਕੀ ਹੈ। ਜੋ ਸਤਿਗੁਰੂ ਨੇ ਅੱਜ ਉਪਦੇਸ਼ ਕੀਤਾ ਹੈ, ਇਹ ਉਪਦੇਸ਼ ਭਾਵੇਂ ਬ੍ਰਾਹਮਣ ਨੂੰ ਮੁਖਾਤਬ ਕੀਤਾ ਹੈ, ਪਰ ਇਹ ਗੱਲ ਚੇਤੇ ਰੱਖਿਓ, ਇਹ ਸਾਡੇ ਸਾਰਿਆਂ ਵਾਸਤੇ ਹੈ। ਜਿੱਥੇ ਕਪਟ ਹੋਵੇਗਾ, ਛਲ ਹੋਵੇਗਾ, ਵਿਖਾਵਾ ਹੋਵੇਗਾ, ਸਿਰਫ ਬਾਹਰ ਮੁਖੀ ਕਰਮ ਕਾਂਡ ਹੋਣਗੇ, ਅੰਦਰ ਰੂਹਾਨੀਅਤ, ਸਚਾਈ, ਬੰਦਗੀ, ਨਿਸ਼ਚਾ, ਭਰੋਸਾ ਪ੍ਰਤੀਤ ਨਹੀਂ ਹੋਵੇਗੀ। ਭਾਵੇਂ ਉਹ ਬ੍ਰਾਹਮਣ ਹੋਵੇ ਤੇ ਭਾਵੇਂ ਇੱਕ ਸਿੱਖ ਕਥਾਵਾਚਕ ਹੋਵੇ, ਭਾਵੇਂ ਉਹ ਇੱਕ ਪੰਡਿਤ ਹੋਵੇ ਤੇ ਭਾਵੇਂ ਚੇਤੇ ਰੱਖਿਓ ਇੱਕ ਮੁਸਲਮਾਨ ਮੌਲਵੀ ਹੋਵੇ। ਅੱਜ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ, ਇੱਕ ਉਹ ਵਿਦਵਾਨ ਪੰਡਿਤ ਬ੍ਰਾਹਮਣ ਜਿਹੜਾ ਬਹੁਤ ਜ਼ਿਆਦੀਆਂ ਕਿਤਾਬਾਂ ਪੜ੍ਹਦਾ ਹੈ, ਉਸ ਕੋਲ ਧਰਮ ਪੋਥੀਆਂ ਦਾ ਗਿਆਨ ਬਹੁਤ ਹੈ, ਉਹਨੇ ਮੁਤਾਲਿਆ ਬਹੁਤ ਕੀਤਾ ਧਰਮ ਗ੍ਰੰਥਾਂ ਦਾ। ਫਿਰ ਗ੍ਰੰਥ ਪੜ੍ਹਨ ਤੋਂ ਬਾਅਦ ਉਸ ਇਕੱਠੇ ਕੀਤੇ ਹੋਏ ਗਿਆਨ ਦੇ ਨਾਲ ਉਹ ਲੋਕਾਂ ਵਿੱਚ ਚਰਚਾ ਵੀ ਕਰਦਾ ਹੈ, ਉਹਨਾਂ ਨਾਲ ਬਹਿਸ ਮੁਬੈਸਾ ਵੀ ਕਰਦਾ ਹੈ, ਆਪਣੇ ਗ੍ਰੰਥ ਨੂੰ ਚੰਗਾ ਸਾਬਿਤ ਕਰਦਾ ਹੈ ਤੇ ਦੂਜੇ ਦੇ ਗ੍ਰੰਥ ਨੂੰ ਨਿੰਦਣ ਦਾ ਯਤਨ ਕਰਦਾ ਹੈ। ਫਿਰ ਮਹਾਰਾਜ ਕਹਿੰਦੇ ਨੇ ਉਹ ਤ੍ਰੈ ਪਾਲਾਂ ਵਾਲਾ ਗਾਇਤਰੀ ਮੰਤਰ ਵੀ ਪੜ੍ਹਦਾ ਹੈ, ਓਮ ਬੂਰ ਬੁਰਾ ਸਵਾ ਜਿਹੜਾ ਪੜ੍ਹਿਆ ਜਾਂਦਾ ਹੈ, ਉਹ ਤ੍ਰੈ ਪਾਲਾਂ ਵਾਲਾ ਗਾਇਤਰੀ ਮੰਤਰ ਵੀ ਪੜ੍ਹਦਾ ਹੈ। ਮਹਾਰਾਜ ਕਹਿੰਦੇ ਨੇ ਕੱਲਾ ਇਹ ਹੀ ਨਹੀਂ, ਸੱਚ ਇਹ ਵੇ ਕਿ ਉਹ ਪੂਜਾ ਕਰਨ ਲੱਗਿਆਂ ਆਪਣੇ ਕਪਾਲ ਨੂੰ, ਆਪਣੇ ਤਾਲੂ ਨੂੰ ਕੱਪੜੇ ਦੇ ਨਾਲ ਢੱਕ ਵੀ ਲੈਂਦਾ ਹੈ। ਉਹ ਸੁਚਮਤਾ ਤੇ ਇਸ਼ਨਾਨ ਵਾਸਤੇ 2 ਧੋਤੀਆਂ ਵੀ ਆਪਣੇ ਕੋਲ ਰੱਖਦਾ ਹੈ। ਉਹ ਪੱਥਰ ਦੀ ਮੂਰਤੀ ਬਣਾ ਕੇ ਵੀ ਉਹਨੂੰ ਪੂਜਦਾ ਹੈ। ਪਰ ਸਤਿਗੁਰੂ ਨੇ ਸਾਰੀ ਗੱਲ ਕਰਕੇ ਕਿਹਾ ਕਿ ਜਿਸ ਦਿਨ ਤੈਨੂੰ ਬ੍ਰਹਮ ਕਰਮ ਦੀ ਸਮਝ ਪੈ ਜਾਏਗੀ, ਜੋ ਕੁਝ ਤੂੰ ਕਰਨਾ ਪਿਆ ਇਹ ਹਰ ਕਰਮ ਤੈਨੂੰ ਫੋਕਟ, ਬੇਰਸਾ, ਵਿਅਰਥ ਦਿਸੇਗਾ। ਜਿੱਦਣ ਤੈਨੂੰ ਬ੍ਰਹਮ ਕਰਮ ਦੀ ਸਮਝ ਪੈ ਗਈ, ਉਦੋਂ ਤੂੰ ਨਿਸ਼ਚੇ ਨਾਲ ਪਰਮਾਤਮਾ ਦੀ ਭਗਤੀ ਕਰੇਗਾ। ਇਹਦਾ ਮਤਲਬ ਕਿ ਉਹ ਬਾਹਰ ਮੁਖੀ ਕਰਮ ਕਰ ਰਹੇ ਪਰ ਅੰਦਰ ਉਹਦੇ ਬ੍ਰਹਮ ਕਰਮ ਨਹੀਂ। ਆਓ ਸਭ ਤੋਂ ਪਹਿਲਾਂ ਹਜ਼ੂਰ ਦਾ ਇਹ ਬਚਨ, ਹਜ਼ੂਰ ਨੇ ਫਰਮਾਇਆ, ਪੜ੍ਹ ਪੁਸਤਕ ਸੰਧਿਆ ਬਾਦਨ, ਪਹਿਲੀ ਤੁਕ ਹੈ। ਪੁਸਤਕ ਦਾ ਅਰਥ ਧਰਮ ਗ੍ਰੰਥ। ਤੂੰ ਧਰਮ ਦੀ ਪੋਥੀ ਗ੍ਰੰਥ ਪੜ੍ਹਨਾ ਹੈ, ਤੂੰ ਸੰਧਿਆ ਵੀ ਕਰਨਾ ਹੈ। ਉਂਝ ਵੈਸੇ ਸੰਧਿਆ ਲਫ਼ਜ਼ ਸਵੇਰੇ ਤੇ ਸ਼ਾਮ ਵਾਸਤੇ ਵਰਤਿਆ ਜਾਂਦਾ ਹੈ, ਭਾਵੇਂ ਕਿ ਅਸੀਂ ਜ਼ਿਆਦਾਤਰ ਸੰਧਿਆ ਲਫ਼ਜ਼ ਰਾਤ ਨੂੰ ਹੀ ਵਰਤਨੇ ਹਾਂ, ਸ਼ਾਮ ਨੂੰ ਵਰਤਨੇ। ਅਸਲ 'ਚ ਸੰਧਿਆ ਦਾ ਸ਼ਬਦ ਸੰਧੀ ਸ਼ਬਦ ਤੋਂ ਬਣਿਆ ਹੈ। ਜਦੋਂ ਸੂਰਜ ਅਸਤ ਹੋ ਰਿਹਾ ਹੈ, ਮੁਕੰਮਲ ਹਨੇਰਾ ਅਜੇ ਪਿਆ ਨਹੀਂ, ਅਜੇ ਚਾਨਣ ਵੀ ਹੈ, ਉਧਰੋਂ ਹਨੇਰਾ ਵੀ ਆਉਂਦਾ ਪਿਆ। ਇਉਂ ਕਹਿ ਲੋ ਦਿਨ ਤੇ ਰਾਤ ਦੀ ਜਿੱਥੇ ਸੰਧੀ ਮਿਲਾਪ ਹੈ, ਉਹਦੇ ਲਈ ਲਫ਼ਜ਼ ਅਸੀਂ ਸੰਧਿਆ ਵਰਤਨੇ। ਅਜੇ ਦਿਨ ਮੁਕੰਮਲ ਚੜ੍ਹਿਆ ਨਹੀਂ, ਰਾਤ ਮੁਕੰਮਲ ਖਤਮ ਨਹੀਂ ਹੋਈ, ਸਵੇਰੇ ਦਿਨ ਤੇ ਰਾਤ ਦੀ ਸੰਧੀ ਹੁੰਦੀ ਹੈ, ਲਫ਼ਜ਼ ਉਦੋਂ ਵੀ ਸੰਧਿਆ ਵਰਤਿਆ ਜਾਂਦਾ ਹੈ। ਇਹਦਾ ਮਤਲਬ ਕਿ ਉਹ ਵਿਦਵਾਨ ਪੰਡਿਤ ਜਿਹੜਾ ਧਰਮ ਗ੍ਰੰਥ ਪੜ੍ਹਦਾ ਹੈ, ਪੋਥੀਆਂ ਪੜ੍ਹਦਾ ਹੈ, ਉਹ ਸੰਧਿਆ ਵੀ ਕਰਦਾ, ਸਵੇਰੇ ਸ਼ਾਮ ਦਾ ਆਪਣੇ ਧਰਮ ਮੁਤਾਬਕ ਦੱਸਿਆ ਹੋਇਆ ਨੇਮ ਵੀ ਨਿਭਾਉਂਦਾ ਹੈ। ਬੜੀ ਬਰੀਕੀ ਨਾਲ ਗੱਲ ਸਤਿਗੁਰੂ ਜੀ ਨੇ ਕਹੀ ਤੇ ਮੈਂ ਅਰਜ਼ ਕਰਾਂਗਾ, ਇਹ ਕੱਲ ਪੰਡਿਤ ਲਈ ਨਹੀਂ, ਸੱਚ ਇਹ ਵੇ ਇਹ ਸਾਡੇ ਉੱਤੇ ਵੀ ਢੁਕੇਗੀ। ਪਾਠ ਵੀ ਮੈਂ ਕਰ ਰਿਹਾ, ਸਵੇਰੇ ਸ਼ਾਮ ਦਾ ਨਿਤਨੇਮ ਵੀ ਖੁਝਾਉਂਦਾ ਨਹੀਂ ਪਿਆ, ਜੋ ਦੱਸਿਆ ਉਹ ਨੇਮ ਵੀ ਪੂਰਾ ਨਿਭਾਉਣ ਦਾ ਯਤਨ ਕਰ ਰਿਹਾ, ਪਰ ਅੰਦਰ ਮੇਰੇ ਖੋਟ ਕਹਿ, ਅੰਦਰ ਮੇਰੇ ਕਪਟ ਕਹਿ, ਬਿਰਤੀ ਮੇਰੀ ਅੰਦਰ ਦੀ ਗੰਦੀ ਕਹਿ। ਤੇ ਸਤਿਗੁਰੂ ਕਹਿੰਦੇ ਨੇ ਚੇਤੇ ਰੱਖੀ, ਕਿਤੇ ਤੇਰਾ ਇਹ ਕਰਮ ਫੋਕਟ ਕਰਮ ਨਹੀਂ ਬਣਦਾ ਪਿਆ, ਤੈਨੂੰ ਰਸ ਕੋਈ ਨਹੀਂ ਬਣ ਰਿਹਾ। ਸਤਿਗੁਰੂ ਨੇ ਪਹਿਲਾ ਸ਼ਬਦ, ਪਹਿਲੀ ਤੁਕ ਵਰਤੀ, ਪੜ੍ਹ ਪੁਸਤਕ ਸੰਧਿਆ ਬਾਦਨ। ਧਰਮ ਗ੍ਰੰਥ ਪੜ੍ਹਦਾ ਹੈ, ਸੰਧਿਆ ਵੀ ਕਰਦਾ ਹੈ। ਬਾਦ ਦਾ ਅਰਥ ਹੈ ਝਗੜਾ। ਉਹ ਪੜ੍ਹੇ ਕੋਈ ਗ੍ਰੰਥਾਂ ਦੇ ਨਾਲ ਉਸ ਤੋਂ ਬਾਅਦ ਝਗੜਾ ਵੀ ਸ਼ੁਰੂ ਕਰ ਦਿੰਦਾ ਹੈ। ਸਤਿਗੁਰੂ ਦੀ ਬਾਣੀ 'ਚ ਅਸਲੀਅਤ ਨੂੰ ਪ੍ਰਵਾਨ ਕੀਤਾ ਹੈ, ਪਰ ਪਖੰਡ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਪਖੰਡ ਲਫ਼ਜ਼ ਦੇ ਵੈਸੇ ਆਖਰੀ ਅਰਥ ਇਹ ਨੇ ਕਿ ਜੋ ਅਸਲੀਅਤ ਹੈ
ਉਹ ਅਸਲ 'ਚ ਹੋਵੇ ਨਾ, ਕੇਵਲ ਅਸਲੀਅਤ ਦਾ ਭੁਲੇਖਾ ਪਾਇਆ ਜਾਏ, ਉਹਨੂੰ ਆਪਾਂ ਪਖੰਡ ਕਹਿੰਦੇ। ਫਿਰ ਮੈਂ ਥੋੜੇ ਜਿਹੇ ਦੇ ਅਰਥ ਸਿੱਧੇ ਜਿਹੇ ਕਰਦੇ ਹਾਂ, ਕਿਉਂਕਿ ਪਖੰਡ ਲਫ਼ਜ਼ ਅਸੀਂ ਬੜੀ ਵਾਰੀ ਵਰਤਨੇ। ਇਹ ਵੀ ਪਖੰਡ, ਇਹ ਵੀ ਪਖੰਡ। ਤੁਸੀਂ ਦੇਖੋ, ਅਸਲੀਅਤ ਵਿੱਚੋਂ ਹੀ ਕਈ ਵਾਰੀ ਲੋਕ ਅਸਲੀਅਤ ਦੇ ਧਾਰਨੀ ਨਹੀਂ ਹੁੰਦੇ, ਕੇਵਲ ਪਰਪੰਚੀ ਬਣ ਜਾਂਦੇ ਨੇ। ਪਖੰਡ ਦਾ ਅਰਥ ਹੈ ਜੋ ਹਕੀਕਤ ਹੈ, ਜੋ ਅਸਲੀਅਤ ਹੈ, ਉਹ ਨਾ ਹੋਵੇ, ਤੇ ਜਿਨਨੇ ਅਸਲੀਅਤ ਨੂੰ ਧਾਰਨ ਕੀਤਾ ਹੈ ਉਹਦੇ ਵਰਗੀ ਰੀਸ ਕਰੀ ਜਾਣੀ, ਆਪਾਂ ਉਹਨੂੰ ਪਖੰਡ ਕਹਿ ਸਕਾਂਗੇ। ਥੋੜਾ ਜਿਹਾ ਫਿਰ ਇਹਨੂੰ ਹੋਰ ਕਲੀਅਰ ਕਰ ਦਿਆਂਗੇ, ਕਿਉਂਕਿ ਇਹ ਲਫ਼ਜ਼ ਜਦੋਂ ਪਖੰਡ ਆਉਣਾ, ਅਸੀਂ ਅਸਲੀਅਤ ਕਮਾਉਣ ਵਾਲਿਆਂ ਨੂੰ ਵੀ ਪਖੰਡੀ ਕਈ ਵਾਰੀ ਕਹਿਣਾ ਸ਼ੁਰੂ ਕਰ ਦਿੰਦੇ। ਪਰ ਇਹ ਦੁਨੀਆ 'ਚ ਹਰ ਧਰਮ 'ਚ ਕਿਤੇ ਵੀ ਚਲੇ ਜਾਓਗੇ ਤੱਤ ਵੀ ਮਿਲੇਗਾ, ਟਾਵਾਂ ਟਾਵਾਂ ਜ਼ਰੂਰ ਮਿਲੇਗਾ ਕਮਾਈ ਵਾਲਾ, ਪਰ ਯਾਦ ਰੱਖਿਓ ਪਖੰਡ ਬਹੁ ਗਿਣਤੀ ਦੇ ਵਿੱਚ ਮਿਲੇਗਾ। ਕਿ ਅਸਲੀਅਤ ਨਾ ਜੇ ਹੋਵੇ ਪੱਲੇ, ਜਿਸ ਕੋਲ ਧਰਮ ਹੈ ਉਹਦੀ ਰੀਸ ਕਰੀ ਜਾਣੀ, ਪਰ ਅੰਦਰ ਉਹ ਧਰਮ ਨਾ ਹੋਣਾ, ਆਪਾਂ ਕਹਾਂਗੇ ਉਹਦੇ ਵਰਗੀ ਚੌਕੜੀ ਮਾਰ ਲੈਣੀ, ਉਹਦੀ ਤਰ੍ਹਾਂ ਅੱਖਾਂ ਬੰਦ ਕਰ ਲੈਣੀਆਂ, ਉਹਦੇ ਤਰ੍ਹਾਂ ਆਪਣੇ ਕੱਪੜੇ ਪਾ ਲੈਣੇ, ਉਹਦੀ ਤਰ੍ਹਾਂ ਐਸਤਾ ਐਸਤਾ ਬੋਲਣ ਲੱਗ ਪੈਣਾ, ਸਰੀਰਕ ਤੌਰ ਤੇ ਆਪਣੀ ਮੁਦਰਾ, ਆਪਣੇ ਕਰਮ ਉਹਦੇ ਵਰਗੇ ਕਰਨੇ, ਪਰ ਮਾਨਸਿਕ ਤੌਰ ਤੇ ਜੀਵਨ ਉੱਚਾ ਨਾ ਹੋਣਾ, ਅੰਦਰ ਦੀ ਸੁਰਤ ਗੰਦੀ ਹੋਣੀ, ਬਾਹਰ ਦਾ ਭੇਖ ਚਮਕਵਾ ਹੋਣਾ। ਚੇਤੇ ਰੱਖਿਓ, ਉਹਨੂੰ ਆਪਾਂ ਪਖੰਡ ਕਹਾਂਗੇ। ਇਹਨੂੰ ਆਨੰਦ ਸਾਹਿਬ ਦੀ ਬਾਣੀ 'ਚ ਇਉਂ ਕਹਿ ਲੋ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੁਵੇ ਹਾਰਿਆ। ਥੋੜਾ ਜਿਹਾ, ਕਿਉਂਕਿ ਇਸ ਦੇ ਸ਼ਲੋਕ ਦੇ ਅਰਥ ਕਰਨ ਲੱਗਿਆ ਮੈਂ ਪਹਿਲੀ ਬੇਨਤੀ ਕਰਨੀ ਚਾਹਨਾ ਕਿ ਇਸ ਸ਼ਲੋਕ ਨੂੰ ਕਿਸੇ ਖਾਸ ਬੰਦੇ ਨੂੰ ਈਰਖਾ ਅਧੀਨ ਉਚਾਰਨ ਨਹੀਂ ਕੀਤਾ ਗਿਆ। ਸਤਿਗੁਰੂ ਦਾ ਇਹ ਬੋਲ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੁਵੇ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੇ ਜਿਉ ਬੇਤਾਲਿਆ। ਹੁਣ ਅੰਦਰ ਮੈਲ ਹੈ, ਬਾਹਰ ਨਿਰਮਲਤਾ ਹੀ ਹੈ। ਸਤਿਗੁਰੂ ਕਹਿੰਦੇ ਨੇ ਉਹਨਾਂ ਬੰਦਿਆਂ ਨੇ ਆਪਣੀ ਜ਼ਿੰਦਗੀ ਜੂਏ ਵਿੱਚ ਹਾਰ ਦਿੱਤੀ। ਇਹ ਪੌੜੀ ਅਸਲ 'ਚ ਪਖੰਡ ਦਾ ਜ਼ਿਕਰ ਕਰਦੀ ਹੈ ਕਿ ਅੰਦਰ ਸ਼ੁੱਧ ਨਹੀਂ, ਬਾਹਰ ਨਿਰਮਲਤਾਈ ਦਾ ਗੁਣ ਦਿਸਦਾ ਪਿਆ। ਇਹਨੂੰ ਸਤਿਗੁਰੂ ਕਹਿਣਗੇ ਇਹ ਪਖੰਡ ਹੈ। ਪਰ ਹਰ ਚੀਜ਼ ਪਖੰਡ ਨਹੀਂ। ਅਗਲੀ ਪੌੜੀ ਇਸ ਗੱਲ ਨੂੰ ਕਲੀਅਰ ਕਰਦੀ ਕਿ ਜਿਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾ ਕੀ ਮਨਸਾ ਸਾਜ ਸਮਾਣੀ। ਇਹਦਾ ਅਰਥ ਫਿਰ ਸੁਣਿਓ। ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਹੀ ਜਿਉ ਮੈਲਾ ਹੈ। ਇਹਦਾ ਅਰਥ ਇਹ ਵੀ ਨਹੀਂ ਕਿ ਹਰ ਬੰਦਾ ਹੀ ਜਿਉ ਨਿਰਮਲ ਹੈ। ਸਤਿਗੁਰੂ ਕਹਿੰਦੇ ਨੇ ਪਖੰਡ ਇਹ ਵੇ ਕਿ ਜਿੱਥੇ ਜਿਉ ਮੈਲਾਪਣ ਹੋਵੇ, ਬਾਹਰ ਨਿਰਮਲਤਾ ਹੀ ਹੋਵੇ, ਤੇ ਅਸਲੀਅਤ ਇਹ ਵੇ ਕਿ ਅੰਦਰੋਂ ਵੀ ਨਿਰਮਲ ਹੋਵੇ ਤੇ ਬਾਹਰੋਂ ਵੀ ਨਿਰਮਲ ਹੋਵੇ। ਇੱਥੇ ਆਓ ਮੈਂ ਇੱਕ ਹੋਰ ਉਦਾਹਰਨ ਦੇ ਦੇਣਾ। ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸਤਿਗੁਰੂ ਦਾ ਇੱਕ ਅੰਮ੍ਰਿਤ ਬੋਲ ਹੈ। ਪਖੰਡ ਕੀ ਹੈ? ਜੋ ਅਸਲੀਅਤ ਉਹ ਨਹੀਂ, ਸਿਰਫ ਵਿਖਾਵਾ ਹੈ। ਇਹਨੂੰ ਸਤਿਗੁਰੂ ਨੇ ਕਿਹਾ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਇਹ ਹੈ ਪਖੰਡ। ਭਾਵੇਂ ਸਤਿਗੁਰੂ ਤੋਂ ਕੁਰਬਾਨ ਜਾਈਏ, ਇਹ ਆਪਣੇ ਲਈ ਸ਼ਬਦ ਵਰਤੇ ਕਿ ਗੱਲਾਂ ਨਾਲ ਮੈਂ ਸੱਚਮੁੱਚ ਅਧਿਆਤਮਕਤਾ ਵਾਲਾ ਹਾਂ, ਪਰ ਮੇਰਾ ਆਚਰਨ, ਮੇਰਾ ਕਰੈਕਟਰ, ਮੇਰਾ ਕਿਰਦਾਰ ਚੰਗਾ ਨਹੀਂ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿਤਵੀਆਂ। ਅਗਲਾ ਬਚਨ, ਰੀਸਾਂ ਕਰੈ ਤਿਨਾੜੀਆਂ। ਇਹ ਹੈ ਪਖੰਡ। ਹੁਣ ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਮੈਂ ਜੋ ਗੱਲ ਕਹਿਣੀ ਚਾਹਨਾ, ਇਹਦਾ ਮਤਲਬ ਇਹ ਨਹੀਂ ਕਿ ਹਰ ਹੀ ਚੀਜ਼ ਪਖੰਡ ਹੈ। ਜੋ ਸੇਵੈ ਦਰ ਖੜੀਆਂ, ਕਿਤੇ ਅਸਲੀਅਤ ਹੈ। ਉਸ ਅਸਲੀਅਤ ਦੀ ਜਿਹੜਾ ਨਕਲ ਕਰਦਾ ਹੈ, ਅੰਦਰ ਅਸਲੀਅਤ ਨਹੀਂ ਹੁੰਦੀ, ਉਹਨੂੰ ਆਪਾਂ ਪਖੰਡ ਕਹਾਂਗੇ। ਬੜਾ ਸੌਖਾ ਸਮਝ ਪੈ ਜਾਏਗੀ। ਆਖਰ ਜਿਹੜਾ ਰੀਸ ਕਰ ਰਿਹਾ ਕਿਤੇ ਨਾ ਕਿਤੇ ਸਚਾਈ ਹੈ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਨਾ, ਚੇਤੇ ਰੱਖਿਓ, ਨਕਲ ਤੋਂ ਪਹਿਲਾਂ ਅਸਲ ਪੈਦਾ ਹੁੰਦੀ ਏ। ਅਸਲ ਨਾ ਹੋਵੇ ਤੇ ਨਕਲ ਕਦੀ ਹੋ ਹੀ ਨਹੀਂ ਸਕਦੀ। ਸੱਚ ਐਵੇਂ ਜੇ ਪਖੰਡੀ ਹਜ਼ਾਰਾਂ ਪੈਦਾ ਹੋ ਜਾਂਦੇ ਨੇ, ਕਿਤੇ ਨਾ ਕਿਤੇ ਇੱਕ ਕਮਾਈ ਵਾਲਾ ਬੈਠਾ ਹੁੰਦਾ ਤੇ ਤਾਂ ਉਹਨੂੰ ਵੇਖ ਕੇ ਪਖੰਡੀ ਬਣ ਜਾਂਦੇ।
ਉਹਨੂੰ ਵੇਖ ਕੇ ਦਾ ਅਰਥ ਇਹ ਨਹੀਂ ਕਿ ਉਹਦਾ ਜੀਵਨ ਗਲਤ ਹੈ। ਮੇਰੀ ਸਿਰਫ ਇੱਕ ਬੇਨਤੀ ਹੈ, ਜੇ ਕਿਸੇ ਨੇ ਆ ਗੋਲਡ ਸੁਨਹਿਰੀ ਰੰਗ ਦਾ ਸੋਨੇ ਦੇ ਗਹਿਣੇ ਬਣਾਏ, ਚੇਤੇ ਰੱਖਿਓ ਜਿਸ ਦਿਨ ਗੋਲਡ ਪੈਦਾ ਹੋਇਆ ਤੇ ਉਹਦੀ ਨਕਲ ਕਰਨ ਵਾਲਿਆਂ ਨੇ ਗੋਲਡ ਦੀ ਪਾਲਿਸ਼ ਕਰਕੇ ਹੋਰ ਧਾਤ ਵੀ ਸੋਨੇ ਦੇ ਰੂਪ ਵਿੱਚ ਬਦਲ ਦਿੱਤੀ, ਵੇਚ ਦਿੱਤੀ। ਪਰ ਉਹ ਸੱਚ ਹੈ ਕਿ ਉਹ ਕਿਤੇ ਸੋਨਾ ਸੀ ਤੇ ਤਾਂ ਹੀ ਉਹਦੀ ਨਕਲ ਬਣੀ, ਜੇ ਹੀਰਾ ਕਿਤੇ ਚਮਕਦਾ ਸੀ ਤੇ ਤਾਂ ਹੀ ਉਹਦੀ ਨਕਲ ਬਣੀ। ਮੈਂ ਬੇਨਤੀ ਕਰਾਂਗਾ ਕਿ ਜਿੱਥੇ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਹੋਏ, ਉੱਥੇ ਪਰਪੰਚ ਪਖੰਡ ਕਰਨ ਵਾਲੇ ਵੀ ਬਹੁਤ ਆਏ। ਪਰ ਇਸ ਗੱਲ ਨੂੰ ਮੈਂ ਕਦੀ ਵੀ ਇਨਕਾਰਦਾ ਨਹੀਂ ਕਿ ਜੇ 22 ਬੰਦੇ, ਚਲੋ 22 ਸ਼ਬਦ ਵਰਤਨੇ, ਅਸੀਂ 22 ਮੰਜੀਆਂ ਲੱਗੀਆਂ, ਜੇ 22 ਬੰਦੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਰਪੰਚੀ ਨੇ, ਪਖੰਡੀ ਨੇ, ਝੂਠੇ ਨੇ, ਭਾਈ ਮੱਖਣ ਸ਼ਾਹ ਕਹਿੰਦਾ ਨਹੀਂ 22 ਪਖੰਡੀ ਹੋ ਸਕਦੇ ਨੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਝੂਠਾ ਨਹੀਂ ਕਿ ਬਾਬਾ ਬਸੇ ਗ੍ਰਾਮ ਬਕਾਲੇ। 22 ਪਰਪੰਚੀ ਨੇ, ਪਰ ਅਸਲੀ ਵੀ ਹੇਠ ਤੇ ਬੈਠਾ ਹੋਇਆ ਹੈ। ਪਰ ਫਰਕ ਇੰਨਾ ਹੈ, ਪਖੰਡ ਦਾ ਬੋਲਬਾਲਾ ਯਾਦਾ 'ਚ। ਚਲੋ ਮੈਂ ਉਦਾਹਰਨ ਸਿਰਫ 2 ਕੁ ਦਿਆਂਗਾ, ਇਸ ਕਰਕੇ ਫਿਰ ਆਪਾਂ ਇਹ ਸ਼ਲੋਕ ਵਿਚਾਰਨੇ। ਇਸ ਸ਼ਲੋਕ 'ਚ 2 ਗੱਲਾਂ ਨੇ, ਇੱਕ ਫੋਕਟ ਕਰਮ ਹੈ ਤੇ ਇੱਕ ਬ੍ਰਹਮ ਕਰਮ ਹੈ। ਫੋਕਟ ਕਰਮ ਵਿਖਾਵੇ ਦਾ ਹੈ, ਬ੍ਰਹਮ ਕਰਮ ਜਿਹੜਾ ਹੈ ਉਹ ਨਿਸ਼ਚੇ ਦਾ ਹੈ, ਭਰੋਸੇ ਦਾ ਹੈ। ਸਤਿਗੁਰੂ ਦੀ ਬਾਣੀ 'ਚ ਇੱਕ ਤਾਂ ਅਸੀਂ ਬਚਨ ਪੜ੍ਹਨੇ ਆ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦਾ। ਪਖੰਡ ਕੀ ਹੈ? ਦੇਖੋ ਅਸੀਂ ਭਾਂਡੇ ਮਾਂਜਨੇ ਆ, ਕਈ ਬਰਤਨ ਐਸੇ ਨੇ, ਆ ਸਟੀਲ ਦਾ ਭਾਂਡਾ ਅਸੀਂ ਮਾਂਜਨੇ ਆ, ਜਿੰਨੀ ਮਰਜ਼ੀ ਉਹਨੂੰ ਲੱਗੀ ਹੋਵੇ ਕੋਈ ਜੂਠ ਦਾਗ, ਅਸੀਂ ਕੈਮੀਕਲ ਨਾਲ ਚੰਗੀ ਤਰ੍ਹਾਂ ਜਾਂ ਸਵਾਲ ਮਲ ਲੈਂਦੇ। ਚਲੋ ਅੱਜ ਕੱਲ੍ਹ ਕੈਮੀਕਲ ਹੈ, ਪੁਰਾਤਨ ਸਮੇਂ ਰੇਤ ਸੁੱਕ ਮਾਂਜ ਕੀਤੀ ਜਾਂਦੀ ਸੀ, ਸਵਾਹ ਨਾਲ ਮਾਂਜਨੇ। ਹੁਣ ਕਹਿਣ ਦਾ ਭਾਂਡਾ ਤੁਸੀਂ ਲਵੋ, ਇਹ ਸਤਿਗੁਰੂ ਨੇ ਬਾਣੀ 'ਚ ਕਿਹਾ ਪਖੰਡ ਕੀ ਹੈ। ਕਹਿਣ ਦੇ ਭਾਂਡੇ ਨੂੰ ਤੁਸੀਂ ਰੇਤ ਨਾਲ ਸਾਫ਼ ਕਰ ਲਓ, ਉਹਨੂੰ ਕੈਮੀਕਲ ਸਾਬਣ ਨਾਲ ਧੋ ਲਓ, ਜਿਸ ਮਰਜ਼ੀ ਚੀਜ਼ ਨਾਲ ਧੋ ਲਓ, ਪਰ ਕਹਿਣ ਦਾ ਭਾਂਡਾ ਜਦੋਂ ਸੁੱਕਣੇ ਰੱਖੋਗੇ ਤੇ ਇੰਜ ਚਮਕੇਗਾ ਵੀ ਬਿਲਕੁਲ ਸਾਫ਼ ਹੈ। ਪਰ ਉਸ ਕਾਂਸੀ ਦੇ ਬਰਤਨ ਨੂੰ ਹੱਥ 'ਚ ਚੁੱਕ ਕੇ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਉਸ ਭਾਂਡੇ ਦੇ ਵਿੱਚ 2-4 ਵਾਰੀ ਘਸਾਓ, ਆਪ ਜੀ ਦੇਖੋ ਹੱਥਾਂ ਦੀਆਂ ਉਂਗਲਾਂ ਉੱਤੇ ਕਾਲਖ ਲੱਗ ਜਾਏਗੀ। ਪਖੰਡ ਕੀ ਹੈ? ਭਾਂਡਾ ਲਿਸ਼ਕ ਰਿਹਾ, ਚਮਕਦਾ, ਦੂਰੋਂ ਪ੍ਰਤੀਤ ਹੁੰਦਾ ਵਾਕਈ ਹੱਥ ਦਾ ਇਹ ਪਵਿੱਤਰ ਹੈ, ਤੁਪਿਆ ਹੈ, ਪਰ ਜਦੋਂ ਉਹਨੂੰ ਚੰਗੀ ਤਰ੍ਹਾਂ ਰਗੜੋਗੇ ਹੱਥ ਨੂੰ ਤੇ ਆਪ ਜੀ ਦੇਖੋਗੇ ਹੱਥਾਂ ਦੀਆਂ ਉਂਗਲਾਂ ਨੂੰ ਕਾਲਖ ਲੱਗ ਜਾਏਗੀ। ਪਖੰਡੀ ਦਾ ਅਰਥ ਸੱਚਮੁੱਚ ਕਹਿਣ ਦਾ ਭਾਂਡਾ ਹੈ ਜਿਹੜਾ ਬਾਹਰੋਂ ਲਿਸ਼ਕਦਾ ਹੈ, ਪਰ ਜਦੋਂ ਨੇੜੇ ਜਾਈਏ ਤੇ ਪੱਲੇ ਕੇਵਲ ਕਾਲਖ ਪਈ। ਉਹ ਸਿੱਖੀ ਦੇ ਭੇਸ ਵਿੱਚ ਵੀ ਹੋ ਸਕਦਾ, ਉਹ ਮੁਸਲਮਾਨੀ ਲਿਬਾਸ ਵਿੱਚ ਵੀ ਹੋ ਸਕਦਾ। ਮੈਂ ਯਤਨ ਕਰਾਂਗਾ ਸਾਰਿਆਂ ਦਾ ਇੱਕ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਇੱਕ ਫਿਰਕੇ ਨੂੰ ਧੁਰਾ ਬਣਾ ਕੇ ਮੈਂ ਅਰਜ਼ ਕਰਾਂਗਾ ਇਹ ਧਰਮ ਨਹੀਂ ਸਿਖਾਉਂਦਾ। ਧਰਮ ਤਾਂ ਸੱਚ ਕਹਿੰਦਾ ਹੈ, ਉਹ ਕੋਈ ਵੀ ਹੋਵੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇਹ ਅੰਮ੍ਰਿਤ ਬੋਲ ਹੈ ਕਿ ਉਜਲ ਕੇ ਖਾਂ ਚਿਲਕਣਾ, ਕਹਿਣ ਦਾ ਅਰਥ ਕਾਂਸੀ ਦਾ ਭਾਂਡਾ। ਉਜਲ ਕੇ ਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤੇ ਸੈਂਕੜੇ ਵਾਰੀ ਧੋ ਕੇ ਵੀ ਉਹ ਕਾਲੇ ਦਾ ਕਾਲਾ ਹੈ। ਇਹ ਭੇਖ ਹੈ। ਦੂਜਾ ਬਚਨ ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਯਾਦ ਰੱਖਿਓ, ਭੇਖ ਬੜੀ ਛੇਤੀ ਚੱਲਦਾ ਜੇ, ਅਸਲੀਅਤ ਪ੍ਰਗਟ ਜ਼ਰੂਰ ਹੁੰਦੀ ਏ, ਕਿਉਂਕਿ ਪਰਪੰਚ ਦਾ ਬੋਲਬਾਲਾ ਬਹੁਤ ਹੈ। ਅੱਜ ਵੀ ਤੁਸੀਂ ਦੇਖਿਓ, ਔਗਣ ਜਿੰਨੀ ਤੇਜ਼ੀ ਦੇ ਨਾਲ ਸਫ਼ਰ ਕਰਦਾ ਹੈ, ਗੁਣ ਓਨੀ ਤੇਜ਼ੀ ਦੇ ਨਾਲ ਨਹੀਂ ਜਾਂਦਾ ਪਿਆ। ਅੱਜ ਕਿਸੇ ਦਾ ਔਗਣ 1 ਸਕਿੰਟ ਵਿੱਚ ਸਾਰੀਆਂ ਥਾਵਾਂ ਤੇ ਪਹੁੰਚ ਜਾਂਦਾ ਹੈ, ਗੁਣ ਕਦੀ ਵੀ ਕੋਈ ਕਿਸੇ ਦਾ ਬਾਹਰ ਨਹੀਂ ਕੱਢਦਾ। ਅਕਸਰ ਤੁਸੀਂ ਦੇਖੋਗੇ, ਕਿਉਂਕਿ ਔਗਣ ਪ੍ਰਗਟ ਕਰਦਿਆਂ ਸਾਨੂੰ ਰਸ ਆਉਂਦਾ ਹੈ ਕਿ ਅੱਗਾ ਬੇਇੱਜ਼ਤ ਹੋ ਰਿਹਾ ਹੈ, ਬੰਦੇ ਨੂੰ ਸਵਾਦ ਆਉਂਦਾ ਦੂਜੇ ਦੀ ਬੇਇੱਜ਼ਤੀ ਸੁਣ ਕੇ, ਦੇਖ ਕੇ, ਪਰ ਜਦੋਂ ਗੁਣ ਦੀ ਗੱਲ ਕਰੇਗਾ ਕਿਸੇ ਦੀ ਇੱਜ਼ਤ ਉਹਦੇ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਇਹ ਮਨ ਇੰਨਾ ਭੈੜਾ ਹੈ, ਇਹ ਬੇਇੱਜ਼ਤੀ ਸੁਣ ਕੇ ਖੁਸ਼ ਹੈ ਕਿਸੇ ਦੀ, ਨਿੰਦਿਆ ਸੁਣ ਕੇ ਖੁਸ਼ ਹੈ ਕਿਸੇ ਦੀ। ਸਤਿਗੁਰੂ ਨੇ ਬਾਣੀ 'ਚ ਪਖੰਡ ਬਾਰੇ ਇੱਕ ਹੋਰ ਪ੍ਰਮਾਣ ਦਿੱਤਾ ਹੈ ਜੀ,
ਉਹ ਅੰਮ੍ਰਿਤ ਬੋਲ ਹੈ ਹਜ਼ੂਰ ਜੀ ਦਾ। ਸਤਿਗੁਰੂ ਨੇ ਫਰਮਾਇਆ ਬਗਲੇ ਦਾ, ਕੱਲ ਵੀ ਅਸੀਂ ਉਦਾਹਰਨ ਲਈ ਸੀ, ਤੇ ਖੰਸ ਦਾ ਆਕਾਰ ਇੱਕੋ ਜਿਹਾ, ਇੱਕੋ ਜਿਹੀ ਸ਼ਕਲ ਦਿਸਦੀ ਹੈ ਨਾ ਜੀ। ਚਲੋ ਖੰਸ ਥੋੜਾ ਜਿਹਾ ਵੱਡਾ ਹੈ, ਬਗਲਾ ਥੋੜਾ ਜਿਹਾ ਛੋਟਾ ਪ੍ਰਤੀਤ ਹੋਵੇਗਾ, ਪਰ ਢਾਂਚਾ ਤਾਂ ਇੱਕੋ ਜਿਹਾ ਭਾਸਦਾ ਦੋਨਾਂ ਦੇ ਸਰੀਰ ਦਾ। ਦੋਨਾਂ ਦੀਆਂ ਲੱਤਾਂ ਵੀ ਲੰਬੇਰੀਆਂ ਨੇ, ਖੰਭ ਵੀ ਚਿੱਟੇ ਨੇ, ਗਰਦਨ ਵੀ ਲੰਬੇਰੀ। ਸਤਿਗੁਰੂ ਕਹਿੰਦੇ ਨੇ ਕਿ ਇੱਕ ਬਗਲੇ ਕੋਲ ਹੰਸ ਵਰਗੇ ਖੰਭ ਚਿੱਟੇ ਨੇ, ਉਸ ਵਰਗੀਆਂ ਲੱਤਾਂ ਲੰਬੇਰੀਆਂ ਨੇ। ਹੰਸ ਵਰਗੀ ਬਗਲੇ ਦੇ ਕੋਲ ਗਰਦਨ ਲੰਬੇਰੀ ਹੈ। ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ ਹੈ, ਬਗਲਾ ਵੀ ਪਾਣੀ ਦੇ ਕੰਢੇ ਰਹਿੰਦਾ ਹੈ, ਪਰ ਦੋਨਾਂ ਦੇ ਗੁਣਾਂ ਵਿੱਚ ਰੱਬ ਨੇ ਜ਼ਮੀਨ ਅਸਮਾਨ ਦਾ ਫਰਕ ਪਾਇਆ। ਸਰੀਰ ਦੀ ਦੇਖੇ ਕਿ ਪਰ ਬਿਰਤੀ ਸੁਰਤੀ ਗੁਣ ਤਾਂ ਇੱਕੋ ਜਿਹੇ ਨਹੀਂ। ਹੰਸ ਦੁੱਧ ਤੇ ਪਾਣੀ ਨੂੰ ਵਾਹ ਕਰ ਸਕਦਾ ਹੈ। ਚੇਤੇ ਰੱਖੋ, ਬਗਲਾ ਜਿੰਨੀ ਮਰਜੀ ਦੁੱਧ ਵਿੱਚ ਚੁੰਝ ਮਾਰੇ, ਉਹਦੀ ਚੁੰਝ ਵਿੱਚ ਰੱਬ ਨੇ ਗੁਣ ਹੀ ਨਹੀਂ ਪੈਦਾ ਕੀਤਾ ਉਹ ਦੁੱਧ ਤੇ ਪਾਣੀ ਨੂੰ ਵਾਹ ਕਰ ਸਕੇ। ਹੰਸ ਪਾਣੀ ਦੇ ਵਿੱਚ ਤੁਰ ਵੀ ਸਕਦਾ ਜਿੱਥੋਂ ਤੱਕ ਉਹਦੇ ਪੈਰ ਪਹੁੰਚਦੇ ਨੇ, ਤੇ ਜਿੱਥੇ ਡੂੰਘਾ ਪਾਣੀ ਆਉਂਦਾ ਉੱਥੇ ਹੰਸ ਤਰ ਵੀ ਸਕਦਾ ਹੈ। ਪਰ ਬਗਲੇ ਦੀ ਬਦਕਿਸਮਤੀ ਇਹ ਵੇ, ਇਹ ਉੱਥੋਂ ਤੱਕ ਪਾਣੀ ਵੀ ਜਾ ਸਕਦਾ ਜਿੱਥੋਂ ਤੱਕ ਪੈਰ ਜ਼ਮੀਨ ਤੇ ਲੱਗਦੇ ਨੇ। ਜਿੱਥੇ ਡੂੰਘਾ ਪਾਣੀ ਆਵੇਗਾ ਉੱਥੇ ਬਗਲਾ ਡੁੱਬ ਜਾਏਗਾ। ਉਹਦੇ ਕੋਲ ਤਰਨ ਦੀ ਤਾਕਤ ਨਹੀਂ ਪਰਮਾਤਮਾ ਨੇ ਦਿੱਤੀ। ਇਸੇ ਕਰਕੇ ਸਤਿਗੁਰੂ ਨੇ ਕਿਹਾ ਕਿ ਕਈ ਵਾਰੀ ਅਸਲੀਅਤ ਦੀ ਰੀਸ ਕਰਦਿਆਂ ਕਰਦਿਆਂ ਪਖੰਡੀ ਆਤਮਕ ਮੌਤ ਮਰ ਜਾਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ ਜੀ, ਖੰਸਾਂ ਦੇਖ ਤਰੰਦਿਆਂ, ਇਹ ਹੈ ਪਰਪੰਚ ਕੀ ਹੈ। ਮੈਂ ਤਾਂ ਥੋੜਾ ਜਿਹਾ ਲਿਆ ਵੀ ਪਖੰਡ ਦੀ ਸਮਝ ਪੈ ਜਾਏ ਵੀ ਪਖੰਡ ਕਿਹਨੂੰ ਕਹਿੰਦੇ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਬਗਲੇ ਮਨ ਵਿੱਚ ਵੀ ਚਾਹ ਉੱਠਿਆ ਮੈਂ ਤਰ ਜਾਗਾ। ਇੱਥੇ ਬਗਲ ਦਾ ਅਰਥ ਕਰਾਂਗੇ ਪਖੰਡੀ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੁਵੇ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਬਗਲਾ ਰੀਸ ਕਰ ਸਕਦਾ ਹੈ, ਪਰ ਚੇਤੇ ਰੱਖਿਓ ਰੀਸ ਕਰਕੇ ਉਹ ਤਰ ਨਹੀਂ ਸਕੇਗਾ। ਸਤਿਗੁਰੂ ਕਹਿੰਦੇ ਨੇ ਅਸਲੀਅਤ ਦੀ ਰੀਸ ਕਰਨ ਵਾਲੇ ਪਰਪੰਚੀ ਨੇ, ਪਰ ਮੈਂ ਅਰਜ਼ ਕਰਾਂਗਾ ਅਸਲੀਅਤ ਤੋਂ ਗੁਣ ਲੈ ਕੇ ਅਸਲੀਅਤ ਪੈਦਾ ਕਰ ਲੈਣੀ ਉਹ ਪਰਪੰਚੀ ਨਹੀਂ। ਫਿਰ ਬੇਨਤੀ ਸੁਣੋ, ਕੱਲ ਵੀ ਅਸੀਂ ਪ੍ਰਮਾਣ ਲਿਆ ਸੀ। ਇੱਥੇ ਆਇਆ ਖੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਪਰ ਦੂਜੇ ਪਾਸੇ ਇੱਕ ਬਚਨ ਅਸੀਂ ਪੜਿਆ ਸੀ ਕੱਲ ਕਿ ਯਾਰ ਵੇ ਪ੍ਰੈ ਖੱਬੇ ਸਖੀਆਂ ਮੂੰਹ ਕਹੀ ਨਾ ਜਈਆ, ਯਾਰ ਵੇ ਹਿਕ ਡੂਈ ਕਚਾੜੈ ਖੂ ਕਿਸ ਚਤਈਆ, ਹਿਕ ਡੂਈ ਕਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਠੰਡਾ। ਲਫ਼ਜ਼ ਚਾਓ ਇੱਥੇ ਵੀ ਆਇਆ, ਬੱਗਾਂ ਪੇ ਆਇਆ ਚਾਓ ਲਫ਼ਜ਼ ਉੱਥੇ ਵੀ ਆਇਆ। ਮੈਂ ਫਿਰ ਇਸ ਗੱਲ ਨੂੰ ਖੋਲ ਸਕਾਂ ਆਪ ਜੀ ਦੇ ਸਨਮੁਖ। ਹੁਣ ਪਖੰਡੀ ਨੂੰ ਵੀ ਚਾਓ ਆਇਆ ਮੈਂ ਹੰਸ ਦੀ ਤਰ੍ਹਾਂ ਬਣ ਜਾਗਾ, ਪਰ ਉਹਦੇ ਕੋਲ ਗੁਣ ਕੋਈ ਨਹੀਂ। ਪਰ ਦੂਜੇ ਪਾਸੇ ਪਰਮਾਤਮਾ ਦੇ ਵਿੱਚ ਭਿੱਜੀ ਕੋਈ ਆਤਮਾ, ਉਹਨੂੰ ਦੇਖ ਕੇ ਵੀ ਕਿਸੇ ਜਗਿਆਸੂ ਵਿੱਚ ਚਾਹ ਪੈਦਾ ਹੋਇਆ ਕਿ ਮੈਂ ਉਹਦੇ ਵਰਗੀ ਬੰਦਗੀ ਕਰਾਂ, ਪਰ ਇਸ ਚਾਹ ਨੂੰ ਬਗਲੇ ਵਰਗਾ ਚਾਹ ਨਹੀਂ ਸਮਝਣਾ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਪਰ ਉੱਥੇ ਡੁੱਬ ਮੁਵੇ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਇੱਥੇ ਮਹਾਰਾਜ ਕਹਿੰਦੇ ਨੇ ਤਿੰਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇੱਥੇ ਚਾਓ ਪਖੰਡ ਨਹੀਂ, ਇੱਥੇ ਚਾਓ ਅਸਲੀਅਤ ਹੈ, ਮੈਂ ਕਮਾਈ ਕਰ ਸਕਾਂ ਜਿਵੇਂ ਉਹ ਕਰ ਰਹੇ ਨੇ। ਬੇਨਤੀ ਹੈ, ਸਤਿਗੁਰੂ ਕਹਿੰਦੇ ਨੇ ਇਨਸਾਨ ਕਿਤਾਬਾਂ ਪੜ੍ਹਦਾ ਹੈ, ਪੰਡਿਤ ਸੰਧਿਆ ਕਰ ਰਿਹਾ ਹੈ, ਸਮਾਧੀ ਵੀ ਬਗਲੇ ਵਰਗੀ। ਸ਼ੁਰੂਆਤ ਅਸੀਂ ਕਰਨੇ ਆ ਪੜ੍ਹਨ ਤੋਂ। ਗੁਰੂ ਸਾਹਿਬ ਨੇ ਬਾਣੀ 'ਚ ਬਖਸ਼ਿਸ਼ ਕੀਤੀ। ਹਜ਼ੂਰ ਕਹਿੰਦੇ ਧਰਮ ਗ੍ਰੰਥ ਪੜ੍ਹ। ਇਹ ਨਹੀਂ ਕਿਹਾ ਵੀ ਪੜ੍ਹਨਾ, ਪਰ ਜੋ ਤੂੰ ਪੜ੍ਹ ਰਿਹਾ ਨਾ ਉਸ ਪੜ੍ਹਨ ਨੂੰ ਵਪਾਰ ਨਾ ਬਣਾ, ਉਸ ਪੜ੍ਹਨ ਨੂੰ ਆਪਣੀ ਜ਼ਿੰਦਗੀ ਦਾ ਆਚਾਰ ਬਣਾ ਲੈ। ਆਚਾਰ ਦਾ ਅਰਥ ਹੈ ਆਚਰਣ, ਕਰੈਕਟਰ। ਤੂੰ ਪੜ੍ਹਨ ਨੂੰ ਹਾਰ ਜਿੱਤ ਵਾਲੇ ਪਾਸੇ ਲਿਜਾ ਕੇ ਕਿਸੇ ਨੂੰ ਨੀਵਾਂ ਮਤ ਦਿਖਾ। ਤੂੰ ਆਪਣੀ ਉਸ ਪੜ੍ਹਾਈ ਨੂੰ ਪਰਮਾਤਮਾ ਵਾਲੇ ਪਾਸੇ ਲੈ ਜਾ। ਜਦੋਂ ਪੜ੍ਹਾਈ ਸਿਰਫ ਵਪਾਰ ਰਹਿ ਜਾਏਗੀ, ਮੰਨ ਲਓ ਮੈਂ ਵੀ ਪੜ੍ਹ ਰਿਹਾ ਹਾਂ, ਕਈ ਵਾਰੀ ਅਸੀਂ ਦੇਖਨੇ ਆ ਕੀਰਤਨ ਜਿੱਦਣ ਕਰਨਾ, ਕਥਾ ਜਿੱਦਣ ਕਰਨੀ, ਉਸ ਦਿਨ ਪੋਥੀ ਸਾਹਿਬ ਦੇਖਣੀ,
ਵੈਗੁਰੂ ਜੀ ਮੈਂ ਨਿੰਦਿਆ ਨਹੀਂ ਕਰ ਰਿਹਾ, ਉਂਝ ਨਿਤਨੇ ਵੀ ਨਹੀਂ ਕਰਨਾ, ਸਹਿਜ ਪਾਠ ਵੀ ਨਹੀਂ ਕਰਨਾ, ਧਰਮ ਦੀ ਗੱਲ ਵੀ ਕਦੀ ਮਨ 'ਚ ਚਿੰਤਨ ਨਹੀਂ ਕਰਨਾ। ਯਾਦ ਰੱਖਿਓ, ਕੇਵਲ ਰੋਟੀ ਦੀ ਖਾਤਰ ਪੋਥੀ ਪੜ੍ਹਨਾ ਸਿਰਫ ਵਪਾਰ ਰਹਿ ਜਾਏਗਾ। ਜੇ ਪਰਮਾਤਮਾ ਨੇ ਤੇਰੀ ਰੋਟੀ ਬਣਾਈ ਹੈ, ਇਸ ਤੋਂ ਇਲਾਵਾ ਵੀ ਤੂੰ ਇਕਾਂਤ ਵਿੱਚ ਬੈਠ ਕੇ ਆਪਣੇ ਆਪੇ ਦੀ ਪੜਚੋਲੀ ਬਾਣੀ ਪੜ੍ਹ ਤੇ ਤੇਰਾ ਪੜਿਆ ਹੋਇਆ ਸਫਲ ਹੋ ਜਾਏਗਾ। ਆਪੇ ਲਈ ਵੀ ਕੁਝ ਪੜ੍ਹ, ਪਰ ਜਦੋਂ ਸਿਰਫ ਵਿਖਾਵੇ ਦਾ ਪੜ੍ਹਨਾ ਰਹਿ ਜਾਏ, ਉਹਨੂੰ ਫਿਰ ਸਤਿਗੁਰੂ ਦੀ ਬਾਣੀ ਤੁਸੀਂ ਪੜ੍ਹੋ। ਮਹਾਰਾਜ ਕਹਿੰਦੇ ਨੇ ਗ੍ਰੰਥ ਪੜ੍ਹ, ਪਰ ਫਾਇਦਾ ਤਾਂ ਜੇ ਪੜ੍ਹ ਕੇ ਜ਼ਿੰਦਗੀ 'ਚ ਤੂੰ ਕਮਾ ਸਕੇ। ਹਾਲਾਂਕਿ ਆਸਾ ਕੀ ਵਾਰ ਵਿੱਚ ਇੱਕ ਸਲੋਕ ਆਇਆ ਜੀ ਪਿੱਛੇ, ਉਹ ਵਿਚਾਰ ਲੰਘ ਚੁੱਕੀ, ਉਹ ਹੈ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੁਸਤਕ ਸੰਧਿਆ ਬਾਦਨ। ਮੈਂ ਸਿਰਫ ਇੱਕ ਇੱਕ ਤੁਕ ਲਾਂਗਾ ਤੇ ਅਰਥ ਤੇ ਉਹਦੀ ਵਿਆਖਿਆ। ਪੜ੍ਹ ਪੁਸਤਕ ਸੰਧਿਆ ਬਾਦਨ, ਗ੍ਰੰਥ ਪੜ੍ਹਦਾ ਸੰਧਿਆ ਕਰਦਾ, ਪਰ ਪੜ੍ਹ ਕੇ ਝਗੜੇ ਪਾਈ ਬੈਠਾ ਹੈ, ਵਾਦ ਵਿਵਾਦ ਖੜਾ ਕਰੀ ਬੈਠੇ। ਮਹਾਰਾਜ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਇਹਨਾਂ ਪੜ੍ਹਨ ਦੇ ਬਾਵਜੂਦ ਤੇਰੇ ਪੜ੍ਹੇ ਹੋਏ ਗ੍ਰੰਥਾਂ ਦੇ ਗੱਡੇ ਲੱਦੇ ਜਾਣ, ਤੇਰੇ ਪੜ੍ਹੇ ਹੋਏ ਗ੍ਰੰਥਾਂ ਦੀਆਂ ਬੇੜੀਆਂ ਭਰੀਆਂ ਜਾਣ, ਤੇਰੇ ਪੜ੍ਹੇ ਹੋਏ ਗ੍ਰੰਥਾਂ ਤਹਿਖਾਨੇ ਭਰੇ ਜਾਣ, ਬੇਸਮੈਂਟ ਸਾਰੀ ਤੇਰੀ ਲਾਇਬ੍ਰੇਰੀ ਨਾਲ ਭਰੀ ਹੋਵੇ, ਕਿਤਾਬਾਂ ਨਾਲ ਭਰੀ ਹੋਵੇ, ਪੜ੍ਹੇ ਹੋਏ ਗ੍ਰੰਥਾਂ ਨਾਲ ਤੇਰੀ ਸਾਰੀ ਜ਼ਿੰਦਗੀ ਬਤੀਤ ਹੋਵੇ। ਸਾਲ ਦਾ ਕੋਈ ਮਹੀਨੇ, ਮਹੀਨੇ ਦਾ ਕੋਈ ਦਿਨ, ਦਿਨ ਦਾ ਕੋਈ ਸਮਾਂ, ਜਿੰਨੇ ਰੱਬ ਨੇ ਤੈਨੂੰ ਸਵਾਸ ਦਿੱਤੇ ਨੇ, ਕੋਈ ਸਾਹ ਕਿਤਾਬਾਂ ਪੜ੍ਹਨ ਤੋਂ ਬਿਨਾਂ ਜਾਏ ਨਾ। ਪੜ੍ਹੀਏ ਜੇਤੇ ਸਾਸ, ਪਰ ਇੰਨਾ ਪੜ੍ਹ ਕੇ ਜੇ ਝਗੜਾ ਹੀ ਪਾਣਾ ਹੈ ਤੇ ਉਹਨੂੰ ਬਾਬਾ ਜੀ ਨੇ ਵਿਦਵਤਾ ਨਹੀਂ ਜੇ ਕਿਹਾ। ਉੱਥੇ ਲਫ਼ਜ਼ ਵਰਤਿਆ ਨਾਨਕ ਲੇਖੈ ਇੱਕ ਗੱਲ ਹੈ ਬ੍ਰਹਮ ਕਰਮ, ਇੱਕ ਗੱਲ ਹੈ ਸਿਮਰਨ। ਨਾਨਕ ਲੇਖੈ ਇੱਕ ਗੱਲ, ਜੇ ਬਾਕੀ ਪੜਿਆ ਹੋਰ ਖੌਮੈ ਝਖਣਾ ਝਾਕ। ਦੋ ਲਫ਼ਜ਼ ਵਰਤੇ ਜੀ, ਝਖਣਾ ਤੇ ਝਾਕ। ਝੱਖ ਮਾਰਨ ਦਾ ਅਰਥ ਹੁੰਦਾ ਫਜ਼ੂਲ ਬੋਲਣਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਬਕਬਾਦ, ਫਜ਼ੂਲ ਬੋਲ ਰਹੇ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਕਿ ਪੜ੍ਹ ਜ਼ਰੂਰ, ਪਰ ਪੜ੍ਹ ਕੇ ਉਹਨੂੰ ਕਮਾ। ਜਿਵੇਂ ਅਸੀਂ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਨੇ ਆ, ਕਿਆ ਪੜ੍ਹੀਐ ਕਿਆ ਗੁਣੀਐ। ਸੁਣੀਆਂ ਲਫ਼ਜ਼ ਬਾਅਦ ਵਿੱਚ ਆਉਂਦਾ। ਗੁਣੀਆਂ ਦਾ ਅਰਥ ਹੁੰਦਾ ਵਿਚਾਰਨਾ, ਕੀ ਪੜ੍ਹਿਆ ਤੇ ਕੀ ਤੂੰ ਵਿਚਾਰਿਆ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਵੇਦ ਵੀ ਸੁਣੇ, ਪੁਰਾਣ ਵੀ ਸੁਣੇ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਿਆ ਵੀ ਸੁਣਿਆ ਵੀ, ਪਰ ਅੰਦਰ ਸਹਿਜ ਨਹੀਂ ਆਇਆ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮਹਾਰਾਜ ਕਹਿੰਦੇ ਨੇ ਖਰ ਕਾ ਨਾਮ ਨਾ ਜਪਸ ਗਾਵਾਰਾ। ਉਹ ਮੂਰਖਾ, ਤੂੰ ਪੜ੍ਹ ਪੜ੍ਹ ਕੇ ਲੋਕਾਂ ਨੂੰ ਕਹਿ ਰਿਹਾ ਪ੍ਰਭੂ ਦੇ ਨਾਮ ਤੋਂ ਬਿਨਾ ਬੰਦ ਖਲਾਸੀ ਨਹੀਂ, ਪਰ ਕਦੀ ਤੋਂ ਇੱਕ ਖਿੰਨ ਮਾਤਰ ਤਾਂ ਜਪਿਆ ਨਹੀਂ। ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਬਾਰਾ। ਅਗਲੀ ਤੁਕ ਸੁਣੋ, ਕਹਿੰਦੇ ਅੰਧਿਆਰ ਹੈ ਦੀਪਕ ਚਾਹੀਏ, ਹਨੇਰੇ ਵਿੱਚ ਦੀਵਾ ਦੀਵਾ ਬੋਲਣ ਨਾਲ ਚਾਲਣ ਨਹੀਂ ਹੋਣਾ। ਹਨੇਰੇ ਵਿੱਚ ਦੀਵੇ ਦਾ ਕੈਲੰਡਰ ਲਾ ਕੇ, ਦੀਵੇ ਦੀ ਫੋਟੋ ਲਾ ਕੇ ਚਾਨਣ ਨਹੀਂ ਹੋਣਾ। ਬਲਦੇ ਕੋਈ ਦੀਵੇ ਦੀਆਂ ਤਸਵੀਰਾਂ ਖਿੱਚ ਕੇ ਸਾਰੇ ਕਮਰੇ ਵਿੱਚ ਲਾ ਦਿਓ, ਹਜ਼ਾਰਾਂ ਤਸਵੀਰਾਂ ਲਾ ਦਿਓਗੇ, ਕਦੀ ਵੀ ਚਾਨਣ ਨਹੀਂ ਹੋਣਾ। ਮੇਰਾ ਖਿਆਲ ਉਦੋਂ ਚੰਗਾ ਮਿੱਟੀ ਦਾ ਦੀਵਾ ਬਣਾ ਕੇ ਬਾਲ ਦਿਓਗੇ, ਉਹ ਹਜ਼ਾਰਾਂ ਤਸਵੀਰਾਂ ਦਾ ਮੁਕਾਬਲਾ ਕਰ ਜਾਏਗਾ। ਬਲਦੀ ਕੋਈ ਦੀਵੇ ਦੀ ਤਸਵੀਰ ਅਸੀਂ ਦੀਵਾਰ ਤੇ ਲਾ ਕੇ ਕਹੀਏ ਆਪਣੇ ਦੀਵੇ ਚੁੱਕ ਲਓ, ਹੁਣ ਮੈਨੂੰ ਕੋਈ ਲੋੜ ਨਹੀਂ, ਮੇਰੇ ਕੋਲ ਤਾਂ ਕੈਲੰਡਰ ਆ ਗਿਆ ਬਲਦੇ ਕੋਈ ਦੀਵਿਆਂ ਦਾ। ਸੱਚ ਏ, ਜੇ ਅੱਜ ਧਰਮ ਦੀ ਦੁਨੀਆ 'ਚ ਹਰ ਵਿਦਵਾਨ ਕੈਲੰਡਰ ਹੀ ਚੁੱਕ ਕੇ ਤੁਰਿਆ ਫਿਰਦਾ, ਅਸਲੀ ਦੀਵਾ ਕੋਈ ਟਾਵਾਂ ਟਾਵਾਂ ਬਾਲਦਾ। ਦੀਵੇ ਦੀਆਂ ਫੋਟੋਆਂ ਨੇ ਸਾਡੇ ਕੋਲ। ਮਹਾਰਾਜ ਕਹਿੰਦੇ ਅੰਧਿਆਰ ਹੈ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ। ਅਗੋਚਰ ਵਸਤੂ ਲੈਣੀ। ਹੁਣ ਜਦੋਂ ਦੀਵੇ ਵੱਲ ਇਸ਼ਾਰਾ ਕੀਤਾ, ਮੇਰੇ ਮਨ 'ਚ ਉਦੋਂ ਫਿਰ ਇਹ ਗੱਲ ਆਈ ਸੱਚੇ ਪਾਤਸ਼ਾਹ ਦੀ, ਕਿ ਇਹ ਤਾਂ ਕਹਿ ਦਿੱਤਾ ਵੀ ਦੀਵਾ ਚਾਹੀਦਾ, ਪਰ ਗ੍ਰੰਥਾਂ ਰਾਹੀਂ ਦੀਵਾ ਕਿਵੇਂ ਬਲੇ। ਤੇ ਫਿਰ ਇੱਕ ਪਾਠ ਹਜ਼ੂਰ ਨੇ ਕੱਲ ਬਖਸ਼ਿਸ਼ ਕੀਤਾ, ਬਿਨ ਤੇਲ ਦੀਵਾ ਕਿਉਂ ਜਲੇ। ਗੁਰੂ ਨਾਨਕ ਸਾਹਿਬ ਜੀ, ਇਸ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ।
ਕਿਵੇਂ ਦੀਵਾ ਬਲੇਗਾ ਤੇਰੀ ਜ਼ਿੰਦਗੀ 'ਚ ਅਧਿਆਤਮਕਤਾ ਦਾ? ਬਿਨ ਤੇਲ ਦੀਵਾ ਕਿਉਂ ਜਲੇ? ਅੱਗੇ ਵੇ ਪੋਥੀ ਪੁਰਾਣ, ਤੀਸਰਾ ਲਫ਼ਜ਼ ਕਮਾਈ ਹੈ, ਕੱਲਾ ਪੜ੍ਹੀਏ ਨਹੀਂ। ਜੋ ਪੋਥੀ ਪੜ੍ਹ ਰਹੇ ਹੈ, ਜੋ ਤੂੰ ਗ੍ਰੰਥ ਪੜ੍ਹ ਰਹੇ ਹੈ, ਪੁਰਾਣ ਪੜ੍ਹ ਰਹੇ ਹੈ, ਵੇਦ ਪੜ੍ਹ ਰਹੇ ਹੈ, ਸੱਚੀ ਗੱਲ ਜੇ ਅੱਜ ਤਾਂ ਸਾਡਾ ਜ਼ੋਰ ਲੱਗਾ ਹੈ, ਅਸੀਂ ਗ੍ਰੰਥਾਂ ਨੂੰ ਵੀ ਲੜਾਣੇ ਪਏ। ਮੈਨੂੰ ਯਾਦ ਹੈ ਮਸਕੀਨ ਸਾਹਿਬ ਦਰਬਾਰ ਸਾਹਿਬ ਕਥਾ ਕਰਨ ਜਾਂਦੇ ਸਨ। ਇੱਕ ਵਾਰੀ ਇਹੋ ਜਿਹਾ ਸਮਾਂ ਬਣ ਗਿਆ ਜੀ, ਉਹਨਾਂ ਦੀ ਕਥਾ ਦੇ ਵਿਰੋਧ ਵਿੱਚ ਉਸ ਵਕਤ ਦੇ ਪ੍ਰਬੰਧਕਾਂ ਨੇ, ਉੱਥੋਂ ਦੇ ਕੋਈ ਸੱਜਣਾ ਨੇ, ਜਦੋਂ ਉਹਨਾਂ ਕਥਾ ਕਰਕੇ ਹਟਣਾ, ਉਦੋਂ ਬਾਅਦ ਇੱਕ ਵਿਦਵਾਨ ਨੂੰ ਲਾਣਾ, ਉਹਨੇ ਸਾਰੀ ਮਸਕੀਨ ਸਾਹਿਬ ਦੀ ਕਥਾ ਦਾ ਖੰਡਨ ਕਰਨਾ, ਅਪਮਾਨਿਤ ਕਰਨਾ। ਜਿਸ ਲਈ ਅਤੇ ਉਹਨਾਂ ਦੀ ਜੀਵਨ ਝਲਕੀਆਂ ਕਿਤੇ ਕਿਤਾਬ ਮਿਲੇ, ਪੜ੍ਹਿਓ ਜ਼ਰੂਰ। ਉਹਦੇ ਵਿੱਚ ਉਹਨਾਂ ਬੜਾ ਸਪਸ਼ਟ ਲਿਖਿਆ, ਮੈਂ ਖਿੰਨ ਵਿੱਚੋਂ ਨਿਕਲਿਆ, ਮੈਨੂੰ ਬਖਸ਼ ਦਿਆ ਜੇ। ਉਹ ਕਹਿੰਦੇ ਸਨ, ਮੈਂ ਆਪਣੀ ਜ਼ਿੰਦਗੀ 'ਚ ਬੜੇ ਬੰਦਿਆਂ ਨੂੰ ਕਥਾ ਦਾ ਜੋ ਸਤਿਗੁਰੂ ਨੇ ਦਿੱਤਾ ਸਿਖਾਉਣ ਦਾ ਯਤਨ ਕੀਤਾ। ਕਹਿਣ ਲੱਗੇ, ਜਿਨ੍ਹਾਂ ਨੂੰ ਤੀਰ ਚਲਾਉਣ ਦੀ ਜਾਚ ਸਿਖਾਈ, ਜਦੋਂ ਤੀਰ ਅੰਦਾਜ਼ ਬਣੇ ਤੇ ਸਭ ਤੋਂ ਪਹਿਲਾਂ ਮੇਰੀ ਛਾਤੀ ਵਿੱਚ ਤੀਰ ਮਾਰੇ। ਇਹ ਲਿਖਿਆ ਉਹਨਾਂ ਨੇ ਕਿ ਮਸਕੀਨ ਨੂੰ ਕੀ ਪਤਾ ਹੈ ਅਸਲੀਅਤ ਇਹ ਵੇ। ਉਹਨਾਂ ਨੇ ਉੱਥੇ ਇੱਕ ਗੱਲ ਕਹੀ ਸੀ ਮੰਜੀ ਸਾਹਿਬ, ਜਦੋਂ ਕਥਾ ਕੀਤੀ ਖੀਰ ਤੇ, ਕਹਿਣ ਲੱਗੇ, ਅੱਜ ਤੱਕ ਇਹ ਤਾਂ ਸੁਣਿਆ ਸੀ ਬੰਦੇ ਦਾ ਸ਼ੌਂਕ ਹੈ ਕੁੱਕੜ ਲੜਾਉਂਦਾ ਸੀ, ਮੁਰਗੇ ਲੜਾਉਂਦੇ ਸਨ, ਕੁੱਕੜ ਇਕੱਠੇ ਕਰਨਾ, ਮੇਰਾ ਕੁੱਕੜ ਵੱਡਾ, ਤੁਹਾਡਾ ਕੁੱਕੜ ਜ਼ਿਆਦਾ, ਇਸ ਤਰ੍ਹਾਂ ਲੜਾਣਾ। ਇਹ ਤਿੱਤਰ ਬਟੇਰੇ ਲੜਾਉਂਦੇ ਰਹੇ, ਇਹ ਬੈਲ ਭਜਾਉਂਦੇ ਰਹੇ, ਇਹ ਕੁੱਤੇ ਲੜਾਉਂਦੇ ਰਹੇ। ਕਹਿਣ ਲੱਗੇ, ਬੰਦੇ ਦਾ ਸ਼ੌਂਕ ਸੀ, ਕੁੱਕੜ ਲਹੂ ਲੁਹਾਨ ਹੋ ਰਿਹਾ ਸੀ, ਉਹ ਸਵਾਦ ਲੈ ਰਿਹਾ ਸੀ, ਕੁੱਤਾ ਲਹੂ ਲੁਹਾਨ ਹੋ ਰਿਹਾ ਸੀ, ਉਹ ਸਵਾਦ ਲੈ ਰਿਹਾ ਸੀ। ਕਹਿੰਦੇ ਨੇ ਬੰਦੇ ਦੀ ਇੱਕ ਬਿਰਤੀ ਹੈ, ਇਹ ਦੂਜੇ ਦੇ ਝਗੜੇ ਵਿੱਚੋਂ ਵੀ ਰਸ ਲੈਂਦਾ ਹੈ। ਉਹਨਾਂ ਮੰਜੀ ਸਾਹਿਬ ਕਿਹਾ ਸੀ, ਮੈਂ ਗੁਰੂ ਰਾਮਦਾਸ ਆਵਾਂਗਾ, ਪਰ ਕੁੱਕੜ ਬਣ ਕੇ ਮੈਂ ਲੜਨਾ ਨਹੀਂ। ਇਹ ਇੱਕ ਪ੍ਰਚਾਰਕ ਨੂੰ ਦੂਜੇ ਨਾਲ ਲੜਾਉਂਦੇ ਪਏ ਨੇ, ਸਵਾਦ ਲੈ ਰਹੇ ਨੇ। ਉਹਨਾਂ ਕਿਹਾ ਸੀ, ਧਰਮ ਗ੍ਰੰਥ ਵੀ ਲੋਕ ਲੜਾਉਂਦੇ ਪਏ ਨੇ, ਮੇਰਾ ਵੱਡਾ ਤੇ ਤੁਹਾਡਾ ਗ੍ਰੰਥ ਛੋਟਾ, ਮੈਂ ਸੱਚਾਈ ਕਹਿ ਰਿਹਾ, ਤੁਸੀਂ ਝੂਠ ਕਹਿ ਰਹੇ ਹੋ। ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਅਸਲੀਅਤ ਤੱਤ ਤਾਂ ਬੰਦਗੀ ਹੈ, ਅੱਗੇ ਅਸੀਂ ਦੇਖਨੇ। ਬਾਬਾ ਜੀ ਨੇ ਕਿਹਾ, ਪੋਥੀ ਪੁਰਾਣ ਕਮਾਈ ਹੈ, ਜੋ ਤੂੰ ਪੜ੍ਹ ਰਿਹਾ ਉਹਨੂੰ ਬਿਲਕੁਲ ਕਮਾ ਲੈ, ਜ਼ਿੰਦਗੀ 'ਚ ਧਾਰਨ ਕਰ ਲੈ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਗੁਰਸਿੱਖਾਂ ਨੂੰ ਇੱਕ ਦਿਨ ਬਾਣੀ ਪੜ੍ਹਨ ਬਾਰੇ ਹਦਾਇਤ ਦਿੰਦਿਆਂ ਕਿਹਾ ਸੀ ਕਿ ਜਦੋਂ ਪਾਠ ਕਰੋ, ਪਾਠ ਕਰਦਿਆਂ ਕਰਦਿਆਂ ਨਾਲ ਆਪਣੇ ਮਨ ਦੀ ਪੱਟੀ ਜ਼ਰੂਰ ਦੇਖੀ ਜਾਇਓ। ਮਹਾਰਾਜ ਕੀ ਕਹਿਣ ਲੱਗੇ, ਪਾਠ ਕਰਦਿਆਂ ਦੇਖੋ ਜੋ ਕੁਝ ਗੁਰੂ ਕਹਿੰਦਾ ਮੈਂ ਜ਼ਿੰਦਗੀ 'ਚ ਕਮਾਇਆ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਕਿਆ ਗੁਰ ਕਹੇ ਕਰੇ ਖਮ ਕਹਾਂ, ਸਨੈ ਸਨੈ ਮੋਰੋ ਮਨ ਮਖਾਂ। ਗੁਰੂ ਕੀ ਕਹਿੰਦਾ ਤੇ ਮੈਂ ਕੀ ਕਰਨਾ। ਇਹਨੂੰ ਸਾਹਿਬ ਕਹਿੰਦੇ ਨੇ, ਪੜ੍ਹਨਾ ਮਾੜੀ ਗੱਲ ਨਹੀਂ, ਪਰ ਪੜ੍ਹ ਕੇ ਖੌਮੇ ਦੀ ਪੰਡ ਚੁੱਕ ਲੈਣੀ। ਮੇਰੇ ਨਾਲ ਵਾਦ ਕਰੋ, ਮੇਰੇ ਨਾਲ ਬਹਿਸ ਕਰੋ, ਆਓ ਮੈਨੂੰ ਸਵਾਲ ਕਰੋ, ਮੈਂ ਸਵਾਲਾਂ ਦੇ ਜਵਾਬ ਦਿਆਂਗਾ। ਅੱਜ ਸੱਚੀ ਗੱਲ ਇਹ ਦੌੜ ਬੰਦੇ ਦੀ ਲੱਗੀ ਹੋਈ, ਇਹਦੇ ਵਿੱਚੋਂ ਰਸ ਮਿਲਦਾ ਪਿਆ। ਬਾਬਾ ਜੀ ਕਹਿੰਦੇ, ਸਤਿਗੁਰੂ ਪੋਥੀ ਪੁਰਾਣ ਕਮਾਈ ਹੈ, ਇਹਦੀ ਕਮਾਈ ਕਰ। ਭਾਉ ਵੱਟੀ ਇਤ ਤਨ ਪਾਈਐ, ਅੰਧਿਆਰਾ ਦੀਪਕ ਚਾਹੀਏ। ਸਰੀਰ ਨੂੰ ਦੀਵਾ ਬਣਾ। ਪਰਮਾਤਮਾ ਦੇ ਜਿੰਨੇ ਧਰਮ ਗ੍ਰੰਥ ਜੋ ਤੈਨੂੰ ਸੱਚ ਦੱਸ ਰਹੀ ਬਾਣੀ, ਇਸ ਨੂੰ ਕਮਾ ਕੇ ਤੂੰ ਕਮਾਈ ਦਾ ਤੇਲ ਪਾ। ਪਰਮਾਤਮਾ ਦੇ ਡਰ ਰਹੋ, ਉਹਦੇ ਅਦਬ ਚ ਰਹੋ, ਭੈ ਚ ਰਹੋ, ਭੈ ਦੀ ਵੱਟੀ ਪਾ ਤੇ ਸਿਮਰਨ ਦੀ ਚਿੰਗਾੜੀ ਲਾ ਦੇਈ, ਤੇਰੇ ਅੰਦਰ ਦਾ ਦੀਵਾ ਬਲ ਜਾਏਗਾ। ਪੋਥੀ ਪੁਰਾਣ ਕਮਾਈਐ, ਭਾਉ ਵੱਟੀ ਇਤ ਤਨ ਪਾਈਐ। ਸੱਚ ਬੁੱਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਧਰਮ ਗ੍ਰੰਥਾ ਚਾਨਣ ਦੇ ਲਿਖ। ਫਿਰ ਬੇਨਤੀ ਹੈ, ਪੜ੍ਹ ਪੁਸਤਕ ਸੰਧਿਆ ਬਾਦਨ। ਗ੍ਰੰਥ ਪੜ੍ਹਦਾ ਸੰਧਿਆ ਕਰਦਾ ਪਰ ਝਗੜੇ ਕਰ ਰਿਹਾ। ਇਸ ਨੂੰ ਬੁੱਲੇ ਨੇ ਕਿਹਾ ਆਪਣੀ ਰਚਨਾ 'ਚ ਜੀ, ਉਹ ਖੈਰ ਮੈਨੂੰ ਬਖਸ਼ ਦਿਆ ਜੀ, ਵੀ ਬਾਣੀ ਤੋਂ ਬਾਹਰ ਹੈ ਪਰ ਰਹਿਤ ਮਰਿਆਦਾ 'ਚ ਲਿਖਿਆ ਕਿ ਕਥਾ ਕਰਦਿਆਂ ਅਨ ਮਤ ਦੇ ਗ੍ਰੰਥਾਂ ਦੇ ਪ੍ਰਮਾਣ ਦਿੱਤੇ ਜਾ ਸਕਦੇ ਨੇ, ਪਰ ਸ਼ਬਦ ਦੀ ਛਾਂ ਥੱਲੇ। ਉਹ ਲਿਖਦਾ ਹੈ, ਬਨ ਹਾਫਿਜ਼ ਹਿਫਜ਼ ਕੁਰਾਨ ਕਰੇ। ਦੋ ਲਫ਼ਜ਼ ਨੇ, ਹਾਫਿਜ਼ ਤੇ ਹਿਫਜ਼। ਹਿਫਜ਼ ਦਾ ਅਰਥ ਹੁੰਦਾ ਜ਼ਬਾਨੀ ਚੇਤੇ ਕਰਨਾ,
ਜਦੋਂ ਮੁਸਲਮਾਨਾਂ ਵਿੱਚ ਕਿਸੇ ਨਾਲ ਲਫ਼ਜ਼ ਹਾਫਿਜ਼ ਜੁੜਿਆ ਹੋਵੇ ਨਾ, ਬਸ ਉਹਦੇ ਸਿੱਧੇ ਅਰਥ ਇਹ ਚੇਤੇ ਰੱਖਿਓ, ਹਾਫਿਜ਼ ਦਾ ਅਰਥ ਹੈ ਕਿ ਇਸ ਬੰਦੇ ਨੂੰ ਕੁਰਾਨ ਜ਼ੁਬਾਨੀ ਚੇਤੇ ਵੇ। ਹਿਫਜ਼ ਦਾ ਅਰਥ ਹੈ ਯਾਦ ਕਰਨਾ, ਤੇ ਹਾਫਿਜ਼ ਦਾ ਅਰਥ ਹੈ ਜਿਹਨੂੰ ਕੁਰਾਨ ਯਾਦ ਹੈ। ਬਨ ਹਾਫਿਜ਼, ਹਿਫਜ਼ ਕੁਰਾਨ ਕरें, पढ़ पढ़ के साफ जुबान करें। तू उजू भी वजू भी साजना, मूँह हथ भी धोना, करूलियां भी करना। मैं हुण पाठ कर लगा। बन हाफिज, हिफ्ज कुरान करें, पढ़ पढ़ के साफ जुबान करें, फिर नियमित विच ध्यान धरें। मन फिरदा ज्यों हलकारा है, मन तां तेरा टिकिया नहीं। मन फिरदा ज्यों हलकारा है। वैसे हरकारा लफ्ज जी एक हरकारे ਦਾ ਅਰਥ ਹੁੰਦਾ ਸਨੇਹੇ ਦੇਣੇ, ਜਿਹਨੂੰ ਪੋਸਟਮੈਨ ਕਹਿੰਦੇ, ਉਹਨੂੰ ਹਰਕਾਰਾ ਕਿਹਾ ਜਾਂਦਾ ਸੀ। ਡਾਕੀਆ, ਇੱਕ ਦਾ ਸੁਨੇਹਾ ਦੂਜਾ, ਦੂਜੇ ਦੇ ਤੀਜੇ ਕਰ। ਬਨ ਹਾਫਿਜ਼ ਹਿਫਜ਼ ਕੁਰਾਨ ਕਰੇ, ਪੜ ਪੜ ਕੇ ਸਾਫ ਜ਼ੁਬਾਨ ਕਰੇ, ਫਿਰ ਨਿਮਤ ਦੇ ਵਿੱਚ ਧਿਆਨ ਧਰੇ। ਮਨ ਫਿਰਦਾ ਜਿਉਂ ਹਲਕਾਰਾ ਹੈ, ਇੱਕ ਅਲਫ ਪੜੋ ਛੁਟਕਾਰਾ। ਇੱਕ ਰੱਬ ਦੀ ਬੰਦਗੀ ਕਰ ਲੈ, ਤੇਰੇ ਅੰਦਰ ਦੇ ਸਾਰੇ ਝਗੜੇ ਮੁੱਕ ਜਾਣਗੇ। ਸਤਿਗੁਰੂ ਬਚਨ ਕਰ ਰਹੇ ਨੇ कि सब तो पहली गल कि इंसान पुस्तक पढ़ रहा है, ग्रंथ पढ़ रहा है, पर पुस्तक संध्या बादन, पर वो पढ़ के झगड़ा खड़ा कर रहा है, लड़ाई खड़ी कर रहा है। तो महाराज कहते ने सिल पूजस, सिल का अर्थ है पत्थर, पत्थर की मूर्ति पूज रहा है। ते नाल शब्द वरत्या बगुल। इत्थे पाठ दे चेते रखियो, बगल नहीं करना, गग्गे नूं औंकड़ लगी बोलनी जरूर है। पढ़ पुस्तक संध्या बादन, सिल पूजस, पुजस नहीं, पप्पे दे थले दुलंकड़ लगा बोलना है। सिल पूजस बगुल। अगला शब्द वरत्या समाधन, पत्थर नूं पूज रहा है, ते समाधि बगले वर्गी लाई है। क्योंकि मैं वार वार तां रिपीट करना पिया कि असलीयत जदों हुंदी नहीं, असलीयत दा भुलेखा लोकां नूं पाया जांदा है, उहनूं आपां पखंड कहने। अगे पत्थर भी रखिया, उहदी पूजा कर रहे, उहदे अगे फुल रख रहे, प्रसाद रख रहे। ते महाराज कहते समाधि बगले वर्गी लाई बैठा है। इत्थे सतगुरु दा एक बड़ा प्यारा बचन है जी, धनासरी राग च। उंज वैसे गुरु नानक प्रकाश च लिखा है, ये लाहौर दे नेड़े दी कथा है। धन गुरु नानक साहब दे जीवन दी एक घटना है जी। इस शब्द दी उथानका विच सिख विद्वान कई इनू हरद्वार नाल जोड़ते हैं, पर गुरु नानक प्रकाश विच ये लाहौर दे नज़दीक दी गल है। ते बगल समाधि की है। सतगुरु गुरु नानक साहब महाराज गए ने, ये ना समझो मैं कली साखी सुना लगा, जो सतगुरु ने वो बख्शिश की। क्योंकि गुरु नानक साहब दे प्रचार का ढंग ही बड़ा निराला, तुसीं देखो बड़ा न्यारा असलीयत सी। जे महाराज हरद्वार जाते ने, सारी दुनिया सवेरे चढ़दे नूं पानी देंदी पई है, ते कल्ला गुरु नानक लैंदे नूं पानी सट्टी जांदा। पता है भी लोग पूछणगे, पर अंदर भरिया होया, अंदर भरपूर है। आप नारायण कला धार जग में परवरियो। वो सारे पुछदे ने कि तुसीं लैंदे नूं क्यों पानी दिंदे हो? ते बाबा जी कहंदे ने पंजाब च खेतियां ने, मीह कोई नहीं पिया, मैं पानी देना पिया, फसल सुक ना जाए। वो हस के कहंदे आ पानी तां पिछा आ गया, पंजाब च कित्थे जाना? ते महाराज कहंदे जिहड़े तुसीं छट्टे दिंदे हो पितर लोक च पहुंच जाएगा। नानक अग्गे सो मिले जे खट्टे काले दे, पर एक तरीका है। हुण मेरे वर्गा बंदा पुट्ठा पानी देन लग पाए तो बाबे वर्गा शब्द तो होवे ना, तो कोटी खानी है ना। सतगुरु कोल जिहड़ा शब्द सी, वो रूहानियत दे सामने हर बंदा झुकिया। चेते रखियो, कल्ले हरद्वार ही लैंदे नूं पानी नहीं दिता। मुसलमान पश्चिम वाले पासे पैर नहीं करदा, सजदे करदा है। बाबे नानक ने काबे वाल पैर करके सौ गया। इस तरह है ना जी। भावें उन्होंने दिखा दिता किहड़ी थां जिथे अल्लाह दा घर ने, महाराज दे तरीके सन। इसे करके बाबे दियां इन्हां कर्मां करके जेड़े बंदे परपंची सन, वो कहंदे हुंदे सन ये तां भूतना, जे तो बचियो पता नहीं ने की कर देना है। कोई आख है भूतना,
को कहे बेताला, कोई आखे आदमी नानक बेचारा, भया दीवाना शाह का नानक, बौराना को हर बिन और ना जाना। महाराज सच्चे पातशाह आ रहे ने जी। मैं सिर्फ घटनाओं कह के गुरु साहब की समझाते ने। एक पंडित विद्वान उन्हें अपने चौकी अगे रखी है जी। कई सज्जन साडे कहते सन लोटा, लोटा नहीं असल च चौकी रखी है। चौकी आप समझने जी लकड़ दी। उस चौकी दे उत्ते उन्हें सालग्राम रखे। उन्हें अपने पिंडे ते 12 तिलक लाए ने। ਇਹਦਾ मतलब वैष्णव होवेगा। तिलक लाए उन्हें। वो घड़ी पिछों उस चौकी ते रखी कोई मूर्ति नूं मत्था टेकदा ते उस चौकी दे नाल एक भांडा पिया। लोग ਉਹਦੇ ਵਿੱਚ पैसे पाई जाते हैं, पात्र च पैसे पाते हैं। ते फिर की करदा, अखां नाल देखदा, मत्था टेकदा, फिर कदी अखां बंद कर लैंदा। सच्ची सरकार कोल चले गए। भाई मरदाना साहब कोल ने ते मरदाने नूं पता भी अज कोई कौतक वरतेगा। वो अपनी रबाब दियां तारां सुर करन लग पैंदा, पता नहीं किस राग च अज बाणी आउणी। महाराज सच्चे पातशाह कोल जांदे पुछदे आ कि तुसी सिर क्यों झुकांदे हो? वो कहंदा इस करके झुकाना, ये मेरा इष्ट है। महाराज कहंदे चंगी गल, तेरा इष्ट है। फिर कहंदे तुसी अखां क्यों बंद कर दे हो? तो वो कहंदा अखां इस करके बंद करना, मैनूं त्रिलोकी दिसदी पई है, 3 लोक दिसदे ने। ये गुरु ग्रंथ साहिब शब्द जे। वैसे मैं तां ही लिया भी बगल समादन। वो कहंदा मैनूं त्रिलोकी दिसदी है ते नाल कहंदा तुसी भी बैठ जाओ, करो अखां बंद। तो जिन्ने लोग जुड़े ने दसदा मैं हुण फलानी पुरी च चला गया, हुण मैं फलाने लोग चला गया। लोकां दियां भी अखां बंद, उस पखंडी दियां भी अखां बंद। बाबा जी ने भाई मरदाने नूं सिर्फ इशारा ही कीता, बोले नहीं। कहन लगे जिहड़ा रुपईयां वाला भांडा है ना, चौके दे पिछे रख दे, जिहड़ा समाधि इहदी पिठ पिछे रख दे। उन्हें कला भांडा नहीं चुक्या, उन्हें चौकी भी चुक लई जो अगे पिया सी, ते रुपईयां वाला भांडा जो पैसे सन वो भी चुक के पिठ पिछे रख दिते। उन्हें फिर अपना चंगा किते अद्धा घंटा पौना घंटा लाया, अखां बंद करके लोकां नूं पुरियां परियां दे दर्शन करांदा रहा। हुण अगे कई श्रद्धालु भी इहो जिहा टक्कर जांदे ने, जिहड़े सच्ची मुच्ची असलीयत कुछ नहीं जिउंदे। वो इन्ना झूठ बोलते ने, रह रब दा नाम भी बाबा जी जे इस तरह हस पे आ हो जाने, जे बाबा जी ने आ कपड़े पाए हो आ हो जाना। सच्ची गल एजेंट पूरे सिरे ला देंदे आ गल। पर एक दिन लेखा देना पैना रब दी दरगाह च। मैं कहना कि दुनियावी ठगी बड़ी माड़ी जे, पर रूहानियत दे नां ते किसी नूं ठगी मारनी रब ने बिल्कुल नहीं जी बख्शना। सतगुरु ने कहा ये पैसे चुक के इहदा पात्र पिछे रख। उन्हें भाई साहब ने की कीता, चौकी समेत जो कोई सी चुक के पिछे रख दिता। जदों दे नेत्र खुले मंच ते यही चलदा पैसे ने, इन्नी को भरिया गया होना भांडा, पैसे इन्ने को हो गए होने ने। उन्हें जदों सामने देखा, ना चौकी ना सालग्राम ते ना पैसे, वो तड़प उठिया। कहंदा संतां नाल मजाक मैं शराप दे दियांगा। लोग सारे डर लग पे, बन की गया। वो जदों कहन लगा मेरी चौकी मेरा भांडा, फिर सच्ची सरकार अगे आए। एवें नहीं भाई साहब ने कहा सिंह बुके मिरगावली भन्नी जाए। विश्राम इत्थे भी जी भन्नी जाए दर ते भज्जी जाती है। उंज पाठ यही करदे आ सारे, सिंह बुके मिरगावली भन्नी जाए ना धीर धरोवा। नहीं, सिंह बुका मिरगावली भन्नी जाए, भज्जी जाती है। ਉਹਦਾ अर्थ है जदों शेर गरजदा है ते मिर्गां दियां डारां भजदियां ने, जदों मेरा गुरु नानक सच दी गरज दिंदा है ते पखंडियां दियां डारां भज जांदियां ने। बुकिया सिंह उजाड़ विच जदों लोग डर लगे, महाराज सामने आ गए जी। सतगुरु कहन लगे पंडित जी ये रौला की? कहंदा देखो कि मेरे सामने मेरा इष्ट, मेरी चौकी, मेरा भांडा पैसिਆਂ वाला, ते महाराज कहंदे अग्यों चुकिया गया। तुसी बैठे, तुसी कित्थे सी?
ਤੁਹਾਡੇ ਸਾਹਮਣੇ ਤੁਸੀਂ ਬਾਹਰ ਕਿੱਥੇ ਗਏ ਸੀ? ਕਹਿੰਦਾ ਨਹੀਂ ਮੈਂ ਬੈਠਾ ਸਾਂ ਮੇਰੇ ਸਾਹਮਣੇ ਹੋ। ਤੇ ਸਤਿਗੁਰੂ ਕਹਿੰਦੇ ਤੇਰੀਆਂ ਅੱਖਾਂ ਕਿੱਥੇ ਸਨ? ਕਹਿੰਦਾ ਮੈਂ ਤਾਂ ਅੱਖਾਂ ਮੁੰਦੀਆਂ ਹੋਈਆਂ ਸਨ। ਮਹਾਰਾਜ ਕਹਿੰਦੇ ਫਿਰ ਅੱਖਾਂ ਵੇਖੋ ਦਲੀਲ ਕੈਸੀ, ਅੱਖਾਂ ਮੁੰਦ ਕੇ ਤੂੰ ਕਿੱਥੇ ਗਿਆ? ਕਹਿੰਦਾ ਮੈਂ ਤਾਂ ਤਰਲੋਕੀ ਚ ਗਿਆ ਸਾਂ। ਬਾਬਾ ਜੀ ਕਹਿਣ ਲੱਗੇ ਬਾਕੀ ਲੋਕਾਂ ਦੀ ਗੱਲ ਛੱਡ, ਤੂੰ ਮਾਤ ਲੋਕ ਦੀ ਗੱਲ ਕਰਦੇ। ਚੌਂਕੀ ਕਿਤੇ ਮਾਤ ਲੋਕੀ ਚ ਹੋਣੀ ਹੈ, ਅੱਖਾਂ ਬੰਦ ਕਰਕੇ ਵੇਖ ਕਿੱਥੇ ਬਈ ਹੈ। ਤਰੀਕਾ ਦੇਖੋ। ਉਹ ਕਹਿੰਦੇ ਨੇ ਵੀ ਦੱਸ ਤਰਲੋਕੀ ਚ ਜਿਹਦੀ ਨਜ਼ਰ ਜਾਂਦੀ ਹੋਵੇ ਇੰਨਾ ਨਹੀਂ ਪਤਾ ਵੀ ਮੇਰੀ ਚੌਕੀ ਮੇਰੇ ਪੈਸੇ ਕਿੱਥੇ ਨੇ? ਉਹ ਜਦੋਂ ਚੁੱਪ ਕਰ ਗਿਆ, ਮਹਾਰਾਜ ਜੀ ਨੇ ਕਿਹਾ ਛੱਡ ਕਮਲੇ, ਐਵੇਂ ਪਦਮ ਆਸਨ ਲਾ ਕੇ ਨੱਕ ਬੰਦ ਕਰੀ ਜਾਂਦਾ। ਆ ਅਲੋਮ ਬਿਲੋਮ ਨਹੀਂ ਕਰਦੇ, ਚੇਤੇ ਰੱਖਿਓ ਉੱਥੇ ਉਹਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਕਹਿਣ ਲੱਗੇ ਤੂੰ ਅੱਖਾਂ ਬੰਦ ਕਰਕੇ ਨਾਸਾਂ ਘੁੱਟ-ਘੁੱਟ ਕੇ ਕਦੀ ਖੱਬੇ ਕਦੀ ਸੱਜੇ, ਕਦੀ ਕਹਿੰਦਾ ਹੁਣ ਫਲਾਣੇ ਲੋਕ ਚ ਗਿਆ। ਭਾਈ ਮਰਦਾਨੇ ਨੂੰ ਕਹਿ ਦੀ ਪਿੱਠ ਪਿੱਛੇ ਰੁਪਈਆਂ ਵਾਲਾ ਜਿਹੜਾ ਭਾਂਡਾ ਪਿਆ ਦੇ ਅੱਗੇ ਰੱਖ। ਕਹਿੰਦੇ ਨੇ ਇਸ ਭੜਵੇ ਨੂੰ ਤੇ ਪਿੱਠ ਪਿੱਛੇ ਪਤਾ ਕੋਈ ਨਹੀਂ ਤੇ ਤਰਦਾ ਪਿਆ ਹੈ। ਕਹਿੰਦੇ ਨੇ ਪੰਡਤ ਚੁੱਪ ਕਰ ਗਿਆ। ਉਹਨੇ ਫਿਰ ਜੀ ਚਰਨ ਪਕੜ ਲਏ ਮਹਾਰਾਜ ਜੀ ਤੇ। ਸੱਚੀ ਜੇ ਮੈਂ ਕਹਿਣਾ ਉਹ ਖੁਸ਼ਕਿਸਮਤ ਤੇ ਜਿਹਨੂੰ ਪਤਾ ਲੱਗ ਜਾਏ ਮੈਂ ਗਲਤ ਹਾਂ ਤੇ ਗਲਤੀ ਮਹਿਸੂਸ ਕਰਕੇ ਡਿੱਗ ਪਵੇ ਚਰਨਾਂ 'ਚ। ਉੱਥੇ ਲਿਖਿਆ ਹੈ ਕਿਰਪਾ ਧਾਰ ਬੋਲੇ ਗੁਣਖਾਨੀ, ਤਜੋ ਝੂਠ ਬੋਲਣ ਕੀ ਬਾਨੀ। ਗੁਰੂ ਨਾਨਕ ਪ੍ਰਕਾਸ਼। ਜਦੋਂ ਉਹਨੇ ਪੈਰ ਪਕੜੇ ਮੈਨੂੰ ਬਖਸ਼ ਦਿਓ, ਫਿਰ ਕਿਰਪਾ ਦੇ ਘਰ ਚ ਆ ਕੇ ਮੇਰੇ ਗੁਰੂ ਨਾਨਕ ਸਾਹਿਬ ਬੋਲੇ ਕਿਰਪਾ ਧਾਰ ਬੋਲੇ ਗੁਣਖਾਨੀ, ਤਜੋ ਝੂਠ ਬੋਲਣ ਕੀ ਬਾਨੀ। ਕਹਿੰਦਾ ਮਹਾਰਾਜ ਮੇਰਾ ਭਲਾ ਕਿਵੇਂ ਹੋਵੇ, ਮੈਂ ਬਿਲਕੁਲ ਪਖੰਡੀ ਹਾਂ। ਸਤਿਗੁਰੂ ਕਹਿੰਦੇ ਸ਼ੁੱਧ ਆਤਮੈ ਜਪ ਹਰ ਨਾਮੂ, ਅੰਦਰ ਨੂੰ ਸ਼ੁੱਧ ਕਰਕੇ ਸਿਮਰਨ ਕਰ, ਨਾਮ ਜਪ। ਸ਼ੁੱਧ ਆਤਮੈ ਜਪ ਹਰ ਨਾਮੂ। ਅੱਗੇ ਕਹਿਣ ਲੱਗੇ ਤਜੋ ਭੇਖ ਕੋ ਕਰਨ ਬ੍ਰਾਹਮੂ, ਪਖੰਡ ਕਰਨਾ ਛੱਡ ਦੇ। ਇਹ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਚ ਪੜ੍ਹਿਓ ਜਦੋਂ ਜਾਓਗੇ। ਕਰ ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟਬ। ਅਰਥ ਮੈਂ ਕਰ ਦੇਣਾ ਬਗਲ ਸਮਾਦਨ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟਬ। ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ। ਠੱਗਣ ਕੋ ਸੰਸਾਰ, ਪੜ ਪੁਸਤਕ ਸੰਧਿਆ ਬਾਗਦੰ ਮੁਖ ਝੂਠ। ਸਾਹਿਬ ਸਤਿਗੁਰੂ ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਦਨ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟਬ। ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ। ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜੈ। ਸੂਝ ਤੇ ਤ੍ਰੈ ਲੋਏ, ਮਗਰ ਪਾਛੈ ਕਛੂ ਨਾ ਸੂਝੈ। ਇਹ ਪਦ ਨਾ ਲੋਏ। ਇਹਦੇ ਅਰਥ ਕੀ ਨੇ ਜੀ? ਥੋੜੇ ਜਿਹੇ ਵੇਖ ਲਈਏ। ਮਹਾਰਾਜ ਕਹਿੰਦੇ ਨੇ ਬਗਲ ਸਮਾਧੀ। ਕਾਲ ਨਾਹੀ, ਕਹਿੰਦੇ ਨੇ ਇੰਨਾ ਪਖੰਡ ਹੋ ਗਿਆ ਲੋਕਾਂ ਨੂੰ ਸਮਝ ਹੀ ਕੋਈ ਨਹੀਂ। ਰੱਬ ਨੂੰ ਮਿਲਣ ਦਾ ਵੇਲਾ ਸੀ, ਕੋਈ ਨਹੀਂ ਰਿਹਾ ਵਕਤ ਇਹਨਾਂ ਕੋਲ। ਜੋਗ, ਜੋਗ ਦਾ ਅਰਥ ਮਿਲਾਪ। ਇਹ ਸਮਾਂ ਸੀ ਪ੍ਰਭੂ ਨੂੰ ਮਿਲਣ ਦਾ, ਪਰ ਲੋਕਾਂ ਨੂੰ ਸਮਝ ਨਹੀਂ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ। ਢੱਬ ਦਾ ਅਰਥ ਹੁੰਦਾ ਤਰੀਕਾ, ਸਤਿਗਾ ਦਾ ਅਰਥ ਹੈ ਸੱਚ ਦਾ, ਆਚਰਨ ਦਾ। ਕਹਿੰਦੇ ਨੇ ਨਾ ਲੋਕਾਂ ਨੂੰ ਸਮੇਂ ਦੀ ਕਦਰ, ਨਾ ਪ੍ਰਭੂ ਦੇ ਮਿਲਾਪ ਦੀ ਸਮਝ, ਤੇ ਮਹਾਰਾਜ ਕਹਿੰਦੇ ਨੇ ਨਾ ਚੰਗੇ ਜੀਵਨ ਦੀ ਕੋਈ ਸਮਝ ਹੈ, ਨਾ ਹੀ ਸਤ ਕਾ ਢੱਬ। ਅਗਲੇ ਬਚਨ ਨੇ ਥਾ ਨਸ਼ਟ ਜਗ ਭ੍ਰਸ਼ਟ ਹੋਏ। ਥਾ ਨਸ਼ਟ ਦਾ ਵੈਸੇ ਅਰਥ ਹੈ ਧਰਮ ਅਸਥਾਨ, ਜਿੱਥੇ ਧਰਮ ਕਮਾਉਂਦੇ ਨੇ। ਥਾ ਨਸ਼ਟ ਜਗ ਭ੍ਰਸ਼ਟ ਹੋਵੇ ਨੂੰ ਮੰਦਿਰ ਕਹਿ ਲੋ, ਗੁਰਦੁਆਰਾ ਕਹਿ ਲੋ, ਮਸਜਿਦ ਕਹਿ ਲੋ। ਧਰਮ ਅਸਥਾਨ, ਜਿੱਥੇ ਧਰਮ ਅਸਥਾਨ ਤੇ ਬੈਠੇ ਹੋਏ ਬੰਦਿਆਂ ਦਾ ਜੀਵਨ ਕੀ ਭ੍ਰਸ਼ਟ ਜਾਏ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਫਿਰ ਲੋਕ ਤਰਨਗੇ ਕਿਵੇਂ? ਇਹ ਸਚਾਈ ਜੇ ਆਪਣੇ ਘਰ ਵਿੱਚ ਵੀ ਇਹ ਕੁਝ ਵਾਪਰਦਾ ਪਿਆ, ਜਿੰਨਾ ਡਾਂਗ ਸੋਟਾ ਚੱਲਦਾ ਪਿਆ ਨਾ, ਇਹ ਥਨਸ਼ਟ ਜਗ ਭ੍ਰਸ਼ਟ ਹੋਏ। ਜਦੋਂ ਧਰਮ ਅਸਥਾਨਾਂ ਤੇ ਬੈਠੇ ਭ੍ਰਸ਼ਟ ਜਾਣ ਤੇ ਸੰਸਾਰ ਵਿੱਚ ਫਿਰ ਸ਼ਾਂਤੀ ਨਹੀਂ ਰਹਿੰਦੀ। ਮੂਲ ਗੱਲ ਤਾਂ ਕੋਈ ਲੱਭ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਸਦੀਆਂ ਪਹਿਲਾਂ ਕਹਿ ਗਏ ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਉਦੋਂ ਕੌਮਾਂ ਉਦੋਂ ਲੋਕ ਡੁੱਬ ਜਾਣਗੇ ਜਦੋਂ ਧਰਮ ਸਥਾਨਾਂ ਤੇ ਬੈਠੇ ਹੋਏ ਲੋਕਾਂ ਦੇ ਜੀਵਨ ਪਲੀਤ ਹੋ ਜਾਣਗੇ, ਭ੍ਰਸ਼ਟ ਹੋ ਜਾਣਗੇ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟਦ ਤਬ। ਤਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ
ਇਸ ਕਲਯੁਗ ਵਿੱਚ ਉਹ ਭਲੇ ਬੰਦਿਆ, ਤੂੰ ਪਖੰਡ ਕਰ ਰਿਹਾ। ਰਾਮ ਨਾਮ ਸਾਰ, ਪ੍ਰਭੂ ਦਾ ਨਾਮ ਹੀ ਸ੍ਰੇਸ਼ਟ ਹੈ। ਅੱਖੀ ਤਾਂ ਮੀਟੈ ਬਗਲ ਸਮਾਦਨ, ਅੱਖਾਂ ਬੰਦ ਕਰ ਰਹੇ ਹੈ। ਅੱਖੀ ਤਾਂ ਮੀਟੈ ਨਾਕ ਪਕੜੈ, ਪਰ ਬਾਬਾ ਜੀ ਕਹਿੰਦੇ ਨੇ ਕਮਾਈ ਲਈ ਨਹੀਂ, ਠੱਗਣ ਕੋ ਸੰਸਾਰ। ਬਗਲ ਸਮਾਧੀ ਠੱਗੀ। ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਅਗਲਾ ਬਚਨ ਜੀ, ਆਂਟ ਸੇਤੀ ਨਾਕ ਪਕੜੈ। ਇਹ ਲਫ਼ਜ਼ ਜਿਹੜਾ ਆਂਟ ਆਇਆ ਹੈ ਨਾ, ਇਹਦਾ ਅਰਥ ਹੈ ਇੱਕ ਤਾਂ ਅੰਗੂਠਾ ਤੇ ਇੱਕ ਅੰਗੂਠੇ ਦੇ ਨਾਲ ਦੀਆਂ 2 ਉਂਗਲੀਆਂ। ਹਾਂਜੀ, ਆਂਟ ਸੇਤੀ, ਆਂਟ ਸੇਤੀ ਨਾਕ ਪਕੜੈ। ਇੱਕ ਪਾਸੇ ਅੰਗੂਠੇ ਨਾਲ ਦੱਬਦੇ ਨੇ, ਦੂਜੇ ਪਾਸੇ 2 ਉਂਗਲੀਆਂ ਨਾਲ ਦੱਬਦੇ ਨੇ। ਤੇ ਵੇਖਣ ਵਾਲੇ ਕਹਿੰਦੇ ਨੇ ਵਾਕਈ ਪਹੁੰਚਿਆ ਹੋਇਆ। ਮੈਂ ਬੇਨਤੀ ਕਰਾਂਗਾ, ਸਰੀਰਕ ਵਰਜਿਸ਼ ਬੜੀ ਚੰਗੀ ਜੇ, ਪਰ ਵਰਜਿਤ ਸਪਿਰਿਚੁਅਲਿਟੀ ਨਹੀਂ ਹੁੰਦੀ। ਵਰਜਿਸ਼ ਇਸ ਕਰਕੇ ਹੁੰਦੀ ਹੈ ਸਰੀਰ ਬੰਦਗੀ ਕਰ ਸਕੇ। ਆਂਟ ਸੇਤੀ ਨਾਕ ਪਕੜੈ, ਅੰਗੂਠੇ ਤੇ ਉਂਗਲਾਂ ਨਾਲ ਨਾਸਾਂ ਨੂੰ ਪਕੜਦਾ ਪਿਆ। ਸੂਝ ਤੇ ਤ੍ਰੈ ਲੋਏ, ਉਹ ਕਹਿੰਦਾ ਲੋਕੋ, ਸਤਿਗੁਰੂ ਕਹਿੰਦੇ ਨੇ ਤੁਹਾਡੇ ਸਾਹਮਣੇ ਪਖੰਡ ਹੁੰਦਾ। ਕਮਲਿਓ, ਕਿੰਨੇ ਸਾਲਾਂ ਦੇ ਠਗਿੰਦੇ ਪਏ ਹੋ। ਅੰਗੂਠੇ ਤੇ ਉਂਗਲਾਂ ਨਾਲ ਨੱਕ ਨੂੰ ਪਕੜਦਾ ਤੇ ਤੁਹਾਨੂੰ ਕਹਿ ਰਿਹਾ ਮੈਂ 3 ਲੋਕਾਂ 'ਚ ਘੁੰਮ ਰਿਹਾ ਵਾਂ, ਮਗਰ ਪਾਛੈ ਕਛੂ ਨਾ ਸੂਝੈ। ਜਿਹੜਾ ਪੈਸੇ ਦੇ ਪਿੱਛੇ ਰੱਖੇ ਸਨ ਉਹਦੇ ਉੱਤੇ ਤੇ ਸੁਰਤ ਗਈ ਨਹੀਂ। ਮਗਰ ਪਾਛੈ ਕਛੂ ਨਾ ਸੂਝੈ, ਇਹ ਪਦਮ ਅਲੋਏ ਧਨਾਸਰੀ ਰਾਗ ਦਾ ਸ਼ਬਦ ਪੜ੍ਹੇ ਹੋਏ। ਮਹਾਰਾਜ ਕਹਿੰਦੇ ਨਹੀਂ, ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਤਨ। ਝੂਠ ਨਾ ਬੋਲ, ਸੱਚ ਜੇ ਇੱਕ ਝੂਠ ਪਤਾ ਨਹੀਂ ਕਿੰਨੇ ਕੁਝ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਜੀ, 33 ਸਵਈਆਂ ਵਿੱਚ। ਇੰਨਾ ਕੁ ਪ੍ਰਪੰਚ ਚੱਲਦਾ, ਵਾਹਿਗੁਰੂ ਜੀ ਕਿਰਪਾ ਕਰਨ, ਸਾਨੂੰ ਬਖਸ਼ ਲੈਣ। ਦੇਖੋ ਬੜੇ ਬੜੇ ਤਰੀਕੇ ਨੇ, ਉਂਝ ਸਚਾਈ ਬੜੀ ਘੱਟ ਜੇ। ਜਿਹੜੇ ਅਸੀਂ ਪੜ ਕੇ ਰੱਜ ਕੇ ਨਿੰਦਿਆ ਕਰੀ ਜਾਣਾ, ਫਲਾਣਾ ਵੀ ਭੈੜਾ, ਫਲਾਣਾ ਵੀ ਭੈੜਾ। ਪਰ ਮੇਰਾ ਗੁਰੂ ਅੱਜ ਜੇ ਪਖੰਡੀ ਦੀ ਗੱਲ ਕਰ ਰਿਹਾ ਤੇ ਅਖੀਰ ਤੇ ਫਿਰ ਨਾਮ ਤੇ ਗੱਲ ਮੁਕਾਣਗੇ। ਮੈਂ ਪਖੰਡੀ ਕਹੀ ਜਾਂ ਤੇ ਬੰਦਗੀ ਪੱਲੇ ਨਾ ਹੋਵੇ ਤੇ ਮੇਰਾ ਬੋਲਣਾ ਵੀ ਪਖੰਡ ਹੋ ਜਾਏਗਾ। ਪਖੰਡ ਤੇ ਬੋਲਣਾ ਵੀ ਪਖੰਡ ਹੋ ਜਾਂਦਾ ਜਦੋਂ ਰੂਹਾਨੀਅਤ ਨਿਕਲੇ। ਹਾਲ ਕੀ ਹੋ ਜਾਣੇ। ਇੱਕ ਦਿਨ ਮੈਨੂੰ ਪੜਨ ਲੱਗਿਆ ਮੌਕਾ ਮਿਲਿਆ ਕਿ ਇੱਕ ਪਖੰਡੀ ਰਹਿੰਦਾ ਕਿਤੇ ਸੀ, ਉਹਦੇ 3-4 ਜਿੱਥੋਂ ਜਾਂਦੇ ਸਨ 4 ਰਸਤੇ ਸਨ ਆਉਂਦੇ, ਤੇ ਉਹਨੂੰ ਪਤਾ ਸੀ ਉਹ ਦਰਵਾਜ਼ੇ ਖੁੱਲੇ ਹੁੰਦੇ ਸਨ। ਆਪਣੇ ਚੇਲਿਆਂ ਨੂੰ ਕਿਹਾ ਹੋਇਆ ਸੀ ਵੀ ਪਹਿਲਾਂ ਪੁੱਛ ਲੈਣਾ ਵੀ ਇਹ ਪੁੱਤਰ ਲੈਣ ਆਇਆ ਹੈ, ਬਿਮਾਰੀ ਕਰਕੇ ਆਇਆ ਹੈ, ਮੁਕੱਦਮੇ। ਗੱਲਾਂ ਤੇ 3-4 ਹੀ ਨੇ, ਕੋਈ ਬਿਮਾਰੀ ਦਾ ਚੱਲਿਆ ਭੱਜਿਆ ਫਿਰਦਾ, ਕੋਈ ਮੁਕੱਦਮੇ ਦਾ, ਕੋਈ ਪੁੱਤਰ ਧੀਆਂ ਦਾ। ਇਸ ਤਰ੍ਹਾਂ ਉਹਨੇ ਕਿਹਾ ਵੀ ਕੰਮ ਕਰਿਓ, ਕੋਟ ਵੜ ਰੱਖੇ ਸਨ ਦਰਵਾਜ਼ਿਆਂ ਤੇ। ਜਿਹੜਾ ਪੁੱਤਰ ਵਾਲਾ ਉਹਨੂੰ ਇਸ ਦਰਵਾਜ਼ੇ ਚੋਂ ਘੱਲਿਓ, ਬਿਮਾਰੀ ਵਾਲੇ ਨੂੰ ਇਸ ਚੋਂ ਘੱਲਿਓ, ਜਿਹੜਾ ਫਾਈਨੈਂਸ਼ੀਅਲੀ ਤੌਰ ਤੇ ਕੋਈ ਚਾਹੁੰਦਾ ਉਹਨੂੰ ਇਸ ਬੂਵੇਰੀ ਘੱਲਿਓ। ਹੁਣ ਪਹਿਲਾਂ ਚੇਲਿਆਂ ਨੇ ਪੁੱਛ ਲੈਣਾ ਕਿਵੇਂ ਆਇਓ, ਕਿਸ ਤਰ੍ਹਾਂ। ਵਿਚਾਰਾ ਦੁਖੀ ਬੰਦਾ ਦੱਸ ਹੀ ਦਿੰਦਾ ਵੀ ਮੈਨੂੰ ਬਿਮਾਰੀ ਲੱਗ ਗਈ। ਉਹ ਕਹਿਣਾ ਫਿਰ ਇੰਜ ਕਰਾ, ਬੂਵੇਰੀ ਅੰਦਰ ਚਲਾ ਜਾ। ਬਾਬੇ ਨੂੰ ਪਤਾ ਇਸ ਬੂਵੇਰੀ ਜਿੰਨੇ ਆਉਣਾ ਉਹ ਬਿਮਾਰ ਹੋਣਾ। ਉਹ ਆਉਂਦਿਆਂ ਸਰ ਕਹਿੰਦਾ ਅੱਛਾ ਬਿਮਾਰ ਲੱਗਦੇ ਹੋ, ਬਿਮਾਰੀ ਬਾਰੇ ਪੁੱਛਣ ਆਇਓ। ਬਸ ਉਹ ਬੰਦਾ ਠਾ ਕਰ ਕਹਿੰਦਾ ਮਹਾਰਾਜ ਅੰਤਰਜਾਮੀ, ਤੇਰੇ ਵਰਗਾ ਸੰਤ ਕੋਈ ਨਹੀਂ। ਜੇ ਸੰਤਾਂ ਦੇ ਦਰਵਾਜ਼ੇ ਨਹੀਂ ਆ, ਉਹਨੂੰ ਕਹਿੰਦਾ ਅੱਛਾ ਕਿਤੋਂ ਖੈਰ ਨਹੀਂ ਪਈ, ਇੱਥੋਂ ਲੈਣ ਆ ਗਿਆ ਪੁੱਤਰ। ਉਹਨੇ ਕਹਿਣਾ ਮਹਾਰਾਜ ਵਾਕਈ ਪਹੁੰਚਿਓ। ਨਹੀਂ ਪਿਆਰਿਓ, ਗੁਰੂ ਗੋਬਿੰਦ ਸਿੰਘ ਦਾ ਇੱਕ ਬੋਲ ਹੈ, ਆਖਨ ਭੀਤਰ ਤੇਲ ਕੋ ਡਾਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ ਬਗਲ ਸੁਮਾਤਨ। ਅੱਖਾਂ 'ਚ ਤੇਲ ਪਾਇਆ, ਪਾਣੀ ਚੱਲ ਪਿਆ। ਸੋਚਿਆ ਵੀ ਸ਼ਾਇਦ ਅੰਦਰ ਬੈਰਾਗ ਚੱਲ ਪਿਆ। ਮੈਂ ਨਿੰਦਿਆ ਨਹੀਂ ਕਰ ਰਿਹਾ ਕਥਾ 'ਚ, ਮੇਰੀ ਮਜਬੂਰੀ, ਮੈਨੂੰ ਅਰਥ ਕਰਨੇ ਪੈਣੇ ਨੇ। ਆਖਨ ਭੀਤਰ ਤੇਲ ਕੋ ਡਾਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਤਨਵਾਨ ਲਖੈ ਨਿਜ ਸੇਵਕ ਤਾਏ ਪਰੋਸ ਪ੍ਰਸ਼ਾਦ ਜਮਾਵੇ। ਅੱਖਾਂ 'ਚ ਤੇਲ ਪਾ ਕੇ ਰੋ ਰਿਹਾ ਹੈ, ਪਾਣੀ ਵਗ ਰਿਹਾ ਅੱਖਾਂ 'ਚ ਕੁਦਰਤੀ। ਜਿਹੜਾ ਅਮੀਰ ਬੰਦਾ ਮਿਲਿਆ ਉਹਨੂੰ ਕੋਲ ਬਿਠਾ ਕੇ ਕਿਹਾ ਪ੍ਰਸ਼ਾਦਾ ਆਪਾਂ ਇਕੱਠਾ ਛਕਾਂਗੇ। ਗਰੀਬ ਹੋਵੇ ਅੱਗੇ ਲਿਲਕੜੀਆਂ ਲੈਂਦਾ, ਉਹਨੂੰ ਕੋਈ ਦਰਸ਼ਨ ਵੀ ਨਹੀਂ ਦਿੰਦਾ। ਆਖਨ ਭੀਤਰ ਤੇਲ ਕੋ ਡਾਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਤਨਵਾਨ ਲਖੈ ਨੀ ਸੇਵਕ
ਤਾਏ ਪਰੋਸ ਪ੍ਰਸਾਦ ਜਮਾਵੇ, ਜੋ ਤਨਹੀਨ ਲਖੈ ਤੈ ਦੇਤ ਨੇ, ਮੰਗਤ ਜਾਤ ਨਾ ਮੁਖੋ ਦਿਖਾਵੇ, ਲੂਟਤ ਹੈ ਪਸ਼ ਲੋਗਨ ਕੋ, ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਪਸ਼ੂ ਬੰਦਾ ਲੋਕਾਂ ਨੂੰ ਲੁੱਟ ਰਿਹਾ। ਸਤਿਗੁਰੂ ਕਹਿੰਦੇ ਨੇ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ, ਪੱਥਰ ਦੀ ਮੂਰਤੀ ਪੂਜ ਰਿਹਾ। ਬਗਲ ਸਮਾਦੰਗ, ਬਗਲੇ ਵਰਗੀ ਸਮਾਧੀ ਹੈ, ਅਡੋਲ ਬੈਠਾ। ਇਹ ਪ੍ਰੈਕਟਿਸ ਕੀਤਿਆਂ ਵੈਸੇ ਹੋ ਜਾਂਦਾ ਜੇ। ਸਰੀਰ ਦੀ ਅਡੋਲਤਾ ਕੋਈ ਵੱਡੀ ਗੱਲ ਨਹੀਂ, ਸਭ ਤੋਂ ਵੱਡੀ ਗੱਲ ਹੈ ਮਨ ਦੀ ਅਡੋਲਤਾ। ਅਭਿਆਸ ਹੈ। ਬੰਦਾ ਚੁੱਪ ਕਰਕੇ ਬਹਿਣਾ। ਆ ਕਈ ਵਾਰੀ ਜਦੋਂ ਦੇਖੋ ਨਾ, ਬਾਹਰ ਵੀ ਵੇਖਣ ਨੂੰ ਮਿਲਦਾ ਜੀ, ਕਿਸੇ ਬਾਜ਼ਾਰ ਜਾਓ ਨਾ, ਕਈ ਬੰਦੇ ਐਸੇ ਨੇ, ਉਹ ਇੱਕ ਪੈਰ ਤੇ ਖਲੋਤੇ ਨੇ, ਇੰਜ ਲੱਗਦਾ ਜਿਵੇਂ ਪੱਥਰ ਦਾ ਬੁੱਤ ਖਲੋਤਾ ਹੋਇਆ, ਹਨਾ ਜੀ। ਉਹ ਹੈ ਸੱਚੀ ਮੁੱਚੀ ਇਨਸਾਨ ਲੱਗਦਾ, ਸਟੈਚੂ ਹੈ। ਇਹ ਅਭਿਆਸ ਹੁੰਦਾ ਹੈ ਜੀ। ਬੰਦਾ ਚੌਂਕੜਾ ਮਾਰ ਕੇ ਬੈਠਾ ਰਹਿ, ਬਣ ਜਾਏਗਾ। ਸਤਿਗੁਰੂ ਕਹਿੰਦੇ ਨੇ ਫਿਰ ਕਰਦਾ ਕੀ ਹੈ, ਇੱਕ ਝੂਠੀ ਸਮਾਧੀ ਲਾਂਦਾ, ਮੁਖ ਝੂਠ ਵਿਭੂਖਨ ਸਾਰੰਗ। ਇੰਨਾ ਕਪਟੀ, ਇਹ ਮੂੰਹ ਤੋਂ ਝੂਠ ਬੋਲਦਾ ਹੈ। ਮੁਖ ਝੂਠ ਦਾ ਅਰਥ ਮੂੰਹ ਤੋਂ ਝੂਠ ਬੋਲ ਰਿਹਾ। ਵਿਭੂਖਨ ਇਹਦਾ ਅਰਥ ਅਲੰਕਾਰ। ਵਾਹਿਗੁਰੂ ਜੀ ਇਹਦਾ ਅਰਥ ਗਹਿਣਾ, ਅਲੰਕਾਰ ਦਾ ਅਰਥ ਵੀ ਗਹਿਣਾ ਹੁੰਦਾ। ਮੁਖ ਝੂਠ ਵਿਭੂਖਨ ਸਾਰੰਗ, ਸਾਰ ਦਾ ਅਰਥ ਹੈ ਲੋਹਾ। ਕਹਿੰਦੇ ਨੇ ਇੰਨਾ ਪਖੰਡੀ, ਇੰਨਾ ਜ਼ਬਾਨ ਦੀ ਕਲਾਬਾਜੀ ਖੇਡਦਾ ਹੈ ਕਿ ਇੰਨਾ ਝੂਠ ਬੋਲਦਾ, ਝੂਠ ਨੂੰ ਇੰਜ ਪੇਸ਼ ਕਰਦਾ ਜਿਵੇਂ ਝੂਠ ਬੋਲ ਬੋਲ ਕੇ ਬੰਦਾ ਕੋਈ ਲੋਹੇ ਨੂੰ ਸੋਨੇ ਦੇ ਰੂਪ ਵਿੱਚ ਪੇਸ਼ ਕਰਦਾ। ਝੂਠ ਹੀ ਹੈ ਨਾ ਜੀ। ਅੱਜ ਹਾਲਤ ਇਹ ਵੇ, ਇੱਕ ਬੰਦਾ ਝੂਠ ਬੋਲੇ, ਦੂਜਾ ਉਹਦੀ ਪ੍ਰੋੜਤਾ ਕਰ ਜਾਏ, ਤੀਜਾ ਵੀ ਕਰ ਜਾਏ। ਅੱਜ ਸੱਚ ਹੈ ਜੇ ਮੈਂ ਕਈ ਵਾਰੀ ਸੋਚਣਾ, ਅਸੀਂ ਲੋਕ ਬੰਦੇ ਨੂੰ ਨੇੜਿਓਂ ਜਾਣਦੇ ਨਹੀਂ, ਪਰ ਜਦੋਂ ਉਹਦੇ ਬਾਰੇ ਬੋਲਨੇ ਆ ਝੂਠ। ਇੱਕ ਨੇ ਝੂਠ ਬੋਲਿਆ ਈਰਖਾ 'ਚ, ਅਸੀਂ ਅੱਗੇ ਗੱਲ ਸ਼ੁਰੂ ਕਰ ਦਿੰਦੇ ਝੂਠ ਝੂਠ ਝੂਠ। ਸੱਚ ਇਹ ਵੀ ਅਸੀਂ ਨੇੜੇ ਜਾਣਦੇ ਨਹੀਂ। ਕਈ ਵਾਰੀ ਇੰਨਾ ਕੁ ਝੂਠ ਬੋਲ ਦਿੰਦੇ, ਉਸ ਝੂਠ ਨੂੰ ਵੀ ਲੋਕ ਸੱਚ ਮੰਨਣ ਲੱਗ ਪੈਂਦੇ। ਝੂਠ ਬੋਲਦੇ। ਮਨੋਵਿਗਿਆਨ ਕਹਿੰਦਾ ਕਿਸੇ ਝੂਠੀ ਗੱਲ ਨੂੰ ਵਾਰ-ਵਾਰ ਸੱਚ ਕਹੀ ਜੋ ਲੋਕ ਸੱਚ ਮੰਨਣ ਲੱਗ ਪੈਂਦੇ। ਅੱਜ ਅਸਲੀਅਤ ਇਹ ਵੇ ਕਿ ਲੋਹੇ ਦੇ ਗਹਿਣੇ ਸੋਨਾ ਕਹਿ ਕਹਿ ਕੇ ਲੋਕ ਵੇਚਦੇ ਪਏ ਨੇ। ਸੋਨਾ ਹੈ ਨਹੀਂ, ਹੈ ਲੋਹਾ। ਪਰ ਜਦੋਂ 50 ਬੰਦੇ ਕਹਿ ਦੇਣਗੇ ਸੋਨਾ ਸੋਨਾ ਸੋਨਾ, ਜਿਸ ਵਿਚਾਰੇ ਨੂੰ ਸਮਝ ਹੀ ਨਹੀਂ ਕਿ ਸੋਨਾ ਕੀ ਤੇ ਲੋਹਾ ਕੀ, ਉਹਨੇ ਤਾਂ ਮੰਨ ਹੀ ਲੈਣਾ ਸੱਚੀ ਮੁੱਚੀ ਸੋਨਾ ਹੈ। ਮਹਾਰਾਜ ਕਹਿੰਦੇ ਇੰਨਾ ਝੂਠ, ਇੰਨਾ ਕੁਫਰ ਤੋਲਿਆ ਜਾ ਰਿਹਾ ਹੈ। ਅਸਲੀ ਬੰਦੇ ਜਿਹੜੇ ਨੇ, ਜਿਹੜੇ ਸੱਚਮੁੱਚ ਸੋਨਾ ਸਨ, ਉਹਨਾਂ ਨੂੰ ਲੋਹਾ ਕਹਿ ਕੇ ਕਿ ਭੰਡਿਆ ਜਾ ਰਿਹਾ ਹੈ। ਤੇ ਜਿਹੜੇ ਲੋਹਾ ਸੀ ਉਹਨਾਂ ਦਾ ਇੰਨੀ ਕੁ ਝੂਠੀ ਖੁਸ਼ਾਮਦ ਕੀਤੀ ਜਾ ਰਹੀ ਹੈ ਉਹਨਾਂ ਨੂੰ। ਸੱਚ ਇਹ ਜੇ ਸੋਨਾ ਕਹਿ ਕੇ। ਅੱਜ ਵੈਸੇ ਨਾ ਜੋ ਅੱਜ ਹਾਲਤ ਬਣ ਗਈ, ਕੱਲ ਵੀ ਮੈਨੂੰ ਇੱਕ ਸੱਜਣ ਦਾ ਫੋਨ ਆਇਆ, ਭਾਈ ਸਾਹਿਬ ਫਲਾਣੇ ਬੰਦੇ ਨੇ ਆਹ ਕਿਹਾ ਢਿੰਗੜੇ। ਮੈਂ ਜੀ ਜੋ ਮਰਜ਼ੀ ਕਹਿਣ, ਅਸੀਂ ਜਿੱਥੇ ਖਲੋਤੇ ਹਾਂ ਬਸ ਖਲੋਤੇ ਹਾਂ। ਸਾਨੂੰ ਪਤਾ ਹੈ ਕਿ ਗੁਰੂ ਅੱਗੇ ਜਿੰਦ ਦੇਣੀ ਅਸਾਂ। ਅੱਜ ਜਿਵੇਂ ਸ਼ੇਅਰ ਮਾਰਕੀਟ ਹੈ ਨਾ, ਉਹ ਕਰੈਸ਼ ਵੀ ਹੁੰਦੀ ਹੈ, ਚੜ ਵੀ ਗਈ, ਡਿੱਗ ਵੀ ਪਈ। ਅੱਜ ਸੱਚੀ ਗੱਲ ਜੇ 24 ਘੰਟੇ ਬਾਅਦ ਬੰਦਾ ਹੀਰੋ ਬਣਦਾ, ਅਗਲੇ 24 ਘੰਟੇ ਬਾਅਦ ਜ਼ੀਰੋ ਬਣ ਰਿਹਾ। ਫੇਸਬੁੱਕਾਂ ਨੇ ਇਹੀ ਹੈ ਨਾ। ਇਹ ਸ਼ੇਅਰ ਮਾਰਕੀਟ ਦੀ ਤਰ੍ਹਾਂ ਸਾਡੇ ਰੇਟ ਵੱਧਦੇ ਪਏ ਜੇ, ਦੂਜੇ ਦਿਨ ਡਿੱਗਦੇ ਪਏ ਨੇ। ਇੱਕ ਦਿਨ ਸਰਦਾਰ ਬਣਿਆ ਹੁੰਦਾ ਹੈ, ਚੇਤੇ ਰੱਖਿਓ, ਦੂਜੇ ਦਿਨ ਗਦਾਰ ਬਣਿਆ ਹੁੰਦਾ ਹੈ। ਇਹ ਸਾਡੀ ਹਾਲਤ ਹੋ ਗਈ। ਸਤਿਗੁਰੂ ਕਹਿੰਦੇ ਨੇ ਇੰਨਾ ਕੁ ਪਖੰਡ ਚੱਲੇਗਾ ਕਿ ਝੂਠ ਬੋਲਣ ਵਾਲੇ ਬੰਦੇ ਲੋਹੇ ਨੂੰ ਸੋਨਾ ਕਹਿ ਕਹਿ ਕੇ ਵੇਚਣਗੇ। ਸੱਚੇ ਵੇ ਝੂਠ ਵਰਤ ਰਿਹਾ ਹੈ। ਮੁਖ ਝੂਠ ਵਿਭੂਖਨ ਸਾਰੰਗ। ਝੂਠ ਬੋਲ ਰਿਹਾ ਇਨਸਾਨ। ਤੇ ਵਿਭੂਖਣ ਦਾ ਅਰਥ ਮੈਂ ਕੀਤਾ ਗਹਿਣਾ। ਲੋਹੇ ਨੂੰ ਸੋਨੇ ਦੇ ਗਹਿਣੇ ਬਣਾ ਬਣਾ ਕੇ ਅੱਗੇ ਵੰਡ ਰਿਹਾ ਹੈ। ਮੁਖ ਝੂਠ ਵਿਭੂਖਨ ਸਾਰੰਗ। ਤ੍ਰੈਪਾਲ ਤਿਹਾਲ ਵਿਚਾਰੰਗ। ਤ੍ਰੈਪਾਲ ਦਾ ਅਰਥ ਤਿੰਨਾਂ ਪਾਲਾਂ ਵਾਲਾ ਗਾਇਤਰੀ ਮੰਤਰ। ਇੱਥੇ ਲਫ਼ਜ਼ ਹੈ ਤਿਹਾਲ। ਇਹ ਅਰਥ ਬਣੇਗਾ ਤ੍ਰੈਕਾਲ, ਸਵੇਰੇ ਦੁਪਹਿਰੇ ਤੇ ਸ਼ਾਮ। ਤਿੰਨਾਂ ਪਾਲਾਂ ਵਾਲਾ ਗਾਇਤਰੀ ਮੰਤਰ ਵੀ ਪੜ੍ਹਦਾ ਤਿੰਨੇ ਵੇਲੇ। ਤ੍ਰੈਪਾਲ ਤਿਹਾਲ ਵਿਚਾਰੰਗ, ਉਹਦੀ ਵਿਚਾਰ ਕਰ ਰਿਹਾ। ਤੇ ਸਤਿਗੁਰੂ ਕਹਿੰਦੇ ਨੇ ਗਲ ਮਾਲਾ, ਗਲ ਦੇ ਵਿੱਚ ਮਾਲਾ ਵੀ
ਤਿਲਕ ਲਿਲਾਟੰਗ, ਲਿਲਾਟ ਆਪਣੇ ਮੱਥੇ ਦੇ ਬਿਲਕੁਲ ਵਿਚਕਾਰ ਇਹਨੇ ਤਿਲਕ ਵੀ ਲਾਇਆ ਹੈ ਲਿਲਾਟ 'ਚ, ਮੱਥੇ 'ਤੇ। ਗਲ ਮਾਲਾ ਤਿਲਕ ਲਿਲਾਟੰਗ, ਦੋਏ ਧੋਤੀ ਸੁਚਮਤਾ ਰੱਖਦਾ, ਦੋ ਧੋਤੀਆਂ ਨੇ। ਬਸਤਰ ਕਪਾਟੰਗ, ਕਪਾਟ ਦਾ ਅਰਥ ਹੈ ਤਾਲੂ। ਪੂਜਾ ਕਰਨ ਲੱਗਿਆ ਆਪਣੇ ਸਿਰ ਨੂੰ ਵੀ, ਕਪਾਟ ਨੂੰ ਵੀ ਕੱਪੜੇ ਨਾਲ ਢੱਕ ਲੈਂਦਾ। ਪਰ ਯਾਦ ਰੱਖਿਓ, ਇਹ ਕੱਲੀ ਧੋਤੀ ਨਹੀਂ। ਤੂੰ ਵੀ ਸਿੱਖਾ ਦੋ ਦੋ ਕਸ਼ਹਿਰੇ ਨਾਲ ਚੁੱਕ ਕੇ ਤੁਰਿਆ ਫਿਰਨਾ, ਜੇ ਤੇਰੇ ਪੱਲੇ ਬੰਦਗੀ ਨਹੀਂ ਖਿਮਾ ਕਰਦੀ, ਕਿਤੇ ਤੇਰੇ ਤੇ ਵੀ ਨਾ ਬਚਨ ਟੁੱਕ ਜਾਏ। ਦੋਏ ਧੋਤੀ ਬਸਤਰ ਕਪਾਟੰਗ, ਇਹ ਸਭ ਕੁਝ ਕੀਤਾ। ਲੋਕ ਇਹਨੂੰ ਦੇਖ ਕੇ ਪ੍ਰਭਾਵਿਤ ਹੋ ਰਹੇ ਨੇ। ਪਰ ਅੱਗੇ ਮਹਾਰਾਜ ਕਹਿੰਦੇ ਨੇ, ਜੇ ਜਾਣਸ ਬਰਮੰਗ ਕਰਮੰਗ, ਜਿਸ ਬੰਦੇ ਨੂੰ ਜਦੋਂ ਇਹ ਸਮਝ ਪੈ ਜਾਏ ਕਿ ਬ੍ਰਹਮ ਕਰਮ ਕੀ ਹੈ, ਜੇ ਜਾਣਸ ਬਰਮੰਗ ਕਰਮੰਗ ਸਭ ਫੋਕਟ, ਇੱਥੇ ਪਾਠ ਕਰਨਾ ਨਿਸ਼ਚਉ। ਮਹਾਰਾਜ ਕਹਿੰਦੇ ਨੇ ਫਿਰ ਸਮਝ ਪੈਂਦੀ ਹੈ ਹਰ ਕੰਮ ਜਿਹੜਾ ਕੀਤਾ ਗਿਆ ਉਹ ਫੋਕਟ ਹੈ, ਉਹ ਝੂਠਾ ਹੈ, ਉਹਦੇ 'ਚ ਰਸ ਕੋਈ ਨਹੀਂ। ਜੇ ਜਾਣਸ ਬਰਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ, ਜੇ ਬ੍ਰਹਮ ਕਰਮ, ਹੁਣ ਬ੍ਰਹਮ ਕਰਮ ਕੀ ਹੈ? ਠੀਕ ਹੈ, ਬ੍ਰਾਹਮਣ ਦੇ ਆਪਣੇ ਕਰਮ ਨੇ ਜੀ, ਖੱਟ ਕਰਮਾਂ ਦਾ ਜ਼ਿਕਰ ਵੀ ਅਸੀਂ ਕਰਨੇ ਹਾਂ, ਪਰ ਉਂਝ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਬ੍ਰਹਮ ਕਰਮ ਸਭ ਤੋਂ ਉੱਚਾ ਹੈ ਕਿ ਪ੍ਰਭੂ ਦੇ ਸ਼ਬਦ ਵਿੱਚ ਲਿਵ ਲਾਣੀ, ਨਾਮ ਵਿੱਚ ਲਿਵ ਲਾਣੀ। ਸਤਿਗੁਰੂ ਦਾ ਇੱਕ ਬਚਨ ਹੁੰਦਾ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ। ਜਿਹੜਾ ਬ੍ਰਹਮ ਨੂੰ, ਪ੍ਰਭੂ ਨੂੰ ਜਾਣਦਾ, ਉਸ ਦਾ ਹੀ ਬ੍ਰਹਮ ਪੁਣਾ ਰਹਿੰਦਾ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ। ਬ੍ਰਹਮ ਕਰਮ ਇੱਕ ਸ਼ਬਦ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਬਸਾਏ। ਬ੍ਰਹਮ ਕਰਮ ਕਹਿ ਕਹੋ ਕਬੀਰ, ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਜੇ ਜਾਣਸ ਬਰਮੰ ਕਰਮੰ, ਜਿੱਦਨ ਤੈਨੂੰ ਬ੍ਰਹਮ ਕਰਮ ਦੀ, ਸਿਮਰਨ ਦੀ, ਭਜਨ ਦੀ, ਬੰਦਗੀ ਦੀ ਸਮਝ ਪੈ ਗਈ, ਸਭ ਫੋਕਟ ਨਿਸ਼ਚੋ ਕਰਮੰਗ। ਤੂੰ ਸੱਚ ਜਾਣੇਗਾ ਕਿ ਜਿਹੜੇ ਮੈਂ ਆ ਕਰਮ ਕਾਂਡ ਕਰ ਰਿਹਾ ਸਾਂ, ਪਰਪੰਚ ਕਰ ਰਿਹਾ ਸਾਂ, ਫੋਕਟ ਨੇ, ਝੂਠੇ ਨੇ, ਬੇਰਸੇ ਨੇ। ਜਿੱਦਨ ਬ੍ਰਹਮ ਕਰਮ ਦੀ ਸਮਝ ਪੈ ਗਈ। ਅੱਗੇ ਮਹਾਰਾਜ ਕਹਿੰਦੇ ਨੇ, ਕਹੋ ਨਾਨਕ, ਸਤਿਗੁਰੂ ਦੇ ਬੋਲ, ਕਹੋ ਨਾਨਕ ਨਿਸ਼ਚੋ। ਯਾਦ ਰੱਖਿਓ, ਪਹਿਲਾਂ ਸੀ ਨਿਸ਼ਚੋ, ਹੁਣ ਹੈ ਨਿਸ਼ਚੋ। ਕਹੋ ਨਾਨਕ ਨਿਸ਼ਚੋ ਧਿਆਵੈ। ਇੱਥੇ ਨਿਸ਼ਚੋ ਦਾ ਅਰਥ ਨਿਸ਼ਚਾ, ਸ਼ਰਧਾ, ਪ੍ਰਤੀਤ, ਭਰੋਸਾ, ਯਕੀਨ। ਦੇਖੋ ਆ ਗੱਲ ਸਾਡੇ ਸਾਰਾ ਤੱਤ ਆ ਜੇ ਸਲੋਕ ਦਾ। ਕਹਿੰਦੇ ਨੇ, ਜੇ ਤੂੰ ਬ੍ਰਹਮ ਕਰਮ ਵਿੱਚ ਪ੍ਰਵਿਰਤ ਹੋਣਾ ਤੇ ਆਪਣੇ ਗੁਰੂ ਅੱਗੇ, ਪ੍ਰਭੂ ਅੱਗੇ ਨਿਸ਼ਚੇ ਨਾਲ ਉਹਨੂੰ ਜਪ, ਤੇਰਾ ਅੰਦਰ ਜੇ ਏੜ ਤੇੜ ਵਿੱਚ ਪਿਆ ਰਿਹਾ ਤੇ ਫਾਇਦਾ ਕੋਈ ਨਹੀਂ। ਨਿਸ਼ਚਾ ਬੜੀ ਵੱਡੀ ਚੀਜ਼ ਹੈ। ਕਹੋ ਨਾਨਕ ਨਿਸ਼ਚੋ ਧਿਆਵੈ। ਸਤਿਗੁਰੂ ਕਹਿੰਦੇ ਨੇ, ਸੱਚ ਏਵੇ ਸ਼ਰਧਾ ਨਿਸ਼ਚਾ ਜੜ ਹੈ। ਜਿਸ ਬ੍ਰਿਕਸ਼ ਦਾ ਮੂਲ ਕਾਇਮ ਰਹੇਗਾ, ਉਸ ਬ੍ਰਿਕਸ਼ ਦਾ ਫੈਲਾਓ ਵੀ ਜ਼ਰੂਰ ਹੋਵੇਗਾ। ਜਿਸ ਬੰਦੇ ਅੰਦਰ ਨਿਸ਼ਚਾ ਕੋਈ ਨਹੀਂ, ਉਸ ਦੇ ਅੰਦਰ ਰੂਹਾਨੀਅਤ ਦੀ ਤਰੱਕੀ ਵੀ ਨਹੀਂ। ਤਾਂ ਹੀ ਸਾਹਿਬ ਨੇ ਕਿਹਾ, ਜਾਂ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਕਹੋ ਨਾਨਕ ਨਿਸ਼ਚਉ ਧਿਆਵੈ। ਜਿਸ ਦੇ ਮਨ ਚ ਆਪਣੇ ਗੁਰੂ ਲਈ ਪੂਰੀ ਆਸਥਾ ਹੈ, ਭਰੋਸਾ ਹੈ। ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ, ਹਰ ਪ੍ਰਭ ਚੀਤ। ਪਰ ਨਾਲ ਇਹ ਵੀ ਕਿਹਾ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਗੁਰੂ ਗ੍ਰੰਥ ਸਾਹਿਬ ਪ੍ਰਤੀਤ ਤੋਂ ਬਿਨਾ, ਭਰੋਸੇ ਤੋਂ ਬਿਨਾ, ਨਿਸ਼ਚੇ ਤੋਂ ਬਿਨਾ। ਮੈਂ ਫਿਰ ਅਰਜ਼ ਕਰਾਂਗਾ, ਪਿਛਲੇ ਦਿਨੀ ਆਪਾਂ ਉੱਥੇ ਕਥਾ ਵਿਚਾਰ ਕਰਦਿਆਂ ਕਿਹਾ ਸੀ ਕਿ ਦੇਖੋ, ਜਦੋਂ ਇੱਕ ਵਾਰੀ ਇਸ਼ਟ ਮੰਨ ਲਿਆ ਨਾ, ਪਲੀਜ਼ ਐਵੇਂ ਫਿਰ ਤੇ ਤਰਕ ਨਾ ਕਰੋ, ਇਹਨੂੰ ਮੰਨੋ, ਜ਼ਿੰਦਗੀ 'ਚ ਕਮਾਓ। ਕਿਉਂਕਿ ਅੱਜ ਪੜ੍ਹਿਆ ਲਿਖਿਆ ਸਮਾਜ ਕਹਿੰਦਾ ਕਿ ਸੋਚੋ, ਵਿਚਾਰੋ, ਚੰਗੀ ਗੱਲ ਹੈ ਵਿਚਾਰੋ। ਬਾਬਾ ਜੀ ਨੇ ਕਿਹਾ ਕਿ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ, ਸੁਣ ਮੁੰਦੇ ਕਰਨ ਆਖੀਏ ਗੂੜਾ ਵੈਣ ਅਪਾਰ।
ਕਹਿੰਦੇ ਨੇ ਖਰਨ ਦੀਆਂ ਅੱਖਾਂ ਵਾਲੀ ਇਸਤਰੀਏ, ਇਹਦਾ ਅਰਥ ਹੈ ਜਗਿਆਸੂ। ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ, ਪਹਿਲਾਂ ਸਿਆਣ ਲਈ ਤੇ ਫਿਰ ਸੌਦਾ ਕਰੀ। ਜੇ ਆਪਾਂ ਨੂੰ ਪਤਾ ਹੈ ਮੇਰਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ, ਸ਼ਬਦ ਹੈ, ਫਿਰ ਨਿਸ਼ਚਾ ਕਿਉਂ ਨਹੀਂ, ਭਰੋਸਾ ਕੋਈ ਨਹੀਂ। ਪ੍ਰਤੀਤ ਤੋਂ ਬਿਨਾ ਕੂੜ ਕੈ ਕਪਟ ਕੈ, ਪਰ ਜਿਸ ਅੰਦਰ ਪ੍ਰਤੀਤ ਆ ਜਾਏ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ। ਭੱਟਾਂ ਦੇ ਸਵਈਏ ਜਿਨ੍ਹਾਂ ਨੂੰ ਪ੍ਰਤੀਤ ਆ ਗਈ ਹਿਰਦੇ ਵਿੱਚ, ਉਹਨਾਂ ਦੀ ਪਦਵੀ ਬੜੀ ਉੱਚੀ ਹੋ ਜਾਂਦੀ ਜੇ। ਸਤਿਗੁਰੂ ਗੁਰੂ ਰਾਮਦਾਸ, ਕਿਉਂਕਿ ਮੈਂ ਜਿੰਨੀ ਵਿਚਾਰ ਕਰਨੀ ਸੀ ਮੈਂ ਕਰਾਂਗਾ ਹੁਣ ਵੀ ਉਸ ਤਰ੍ਹਾਂ। ਗੁਰੂ ਅਮਰਦਾਸ ਮਹਾਰਾਜ ਆਉਂਦੇ ਨੇ, 94 ਸਾਲ ਦੀ ਅਰਬ ਲੈ ਤੀਸਰੇ ਗੁਰਦੇਵ ਦੀ, ਹੱਥ 'ਚ ਸੋਟੀ ਪਕੜੀ, ਸਤਿਗੁਰੂ ਨੇ ਖੁੰਡੀ ਪਕੜੀ। ਭਾਈ ਰਾਮਾ ਜੀ ਆਪਣੇ ਦਮਾਦ ਨੂੰ, ਵੱਡੇ ਨੂੰ ਤੇ ਛੋਟੇ ਗੁਰੂ ਰਾਮਦਾਸ ਜੀ ਨੂੰ ਆਵਾਜ਼ ਦਿੰਦੇ ਨੇ। ਦੋਵੇਂ ਪਹੁੰਚ ਜਾਂਦੇ ਨੇ, ਜੀ ਹਜ਼ੂਰ। ਸਤਿਗੁਰੂ ਕਹਿੰਦੇ ਨੇ ਕਿ ਆਹ ਲਕੀਰ ਖਿੱਚ ਕੇ ਤੁਸੀਂ ਥੜੇ ਬਣਾਓ ਦੋਨੋਂ ਜਣੇ। ਚਲੋ ਇਹ ਬੜੀ ਵਾਰੀ ਸੀ ਸੁਣਿਆ, ਇੱਕ ਥੜੇ ਤੇ ਸੁਬਾਹ, ਇੱਕ ਤੇ ਸ਼ਾਮੀ ਬੈਠ ਕੇ ਸੰਗਤ ਨੂੰ ਉਪਦੇਸ਼ ਦਿਆਂਗੇ। ਕਿੰਨਾ ਉੱਚਾ ਬਣਨਾ, ਕਿੰਨਾ ਚੌੜਾ ਬਣਨਾ ਦੱਸ ਦਿੱਤਾ। ਚਲੋ ਸਾਖੀ ਤੁਸੀਂ ਜਾਣਦੇ ਹੋ। ਦੋਨੋਂ ਬਣਾਉਣ ਲੱਗ ਪਏ। ਸ਼ਾਮ ਨੂੰ ਗੁਰਦੇਵ ਆਏ, ਖੁੰਡੀ ਮਾਰ ਕੇ ਕਹਿੰਦੇ ਢਾ ਦਿਓ। ਸਾਡੀ ਮਰਜ਼ੀ ਦੇ ਨਹੀਂ ਬਣੇ, ਢਾ ਦਿੱਤੇ। ਦੂਜੇ ਦਿਨ ਫਿਰ ਨਿਸ਼ਾਨ ਲਾ ਦਿੱਤਾ, ਬਣਾਉਣ ਲੱਗ ਪਏ। ਦੂਜੇ ਦਿਨ ਆਏ, ਫਿਰ ਢਵਾ ਦਿੱਤੇ। ਤੀਸਰੇ ਦਿਨ ਨਿਸ਼ਾਨ ਦਿੱਤਾ, ਨਾਲ ਕਿਹਾ ਤੁਹਾਨੂੰ ਸਮਝ ਨਹੀਂ ਪੈਂਦੀ ਮੈਂ ਕਿਹੋ ਜਿਹਾ ਥੜੇ ਚਾਹਨਾ, ਅੱਜ ਠੀਕ ਬਣਾਇਓ। ਸ਼ਾਮ ਤੱਕ ਪੂਰਾ ਤਾਨ ਲਾ ਕੇ ਬਣਾਏ। ਸ਼ਾਮ ਨੂੰ ਆਏ, ਗੁਰਦੇਵ ਨੇ ਸੋਟੀ ਮਾਰ ਕੇ, ਦੋਨਾਂ ਥੜਿਆਂ ਤੇ ਸੋਟੀ ਮਾਰ ਕੇ ਕਿਹਾ ਨਹੀਂ ਢਾਓ, ਮੇਰੀ ਮਰਜ਼ੀ ਦੇ ਨਹੀਂ ਬਣੇ। ਗੁਰੂ ਰਾਮਦਾਸ ਨੇ ਢਾ ਦਿੱਤਾ। ਭਾਈ ਰਾਮਾ ਜੀ ਨੂੰ ਕਿਹਾ ਢਾਓ, ਉਹ ਅੱਗੋਂ ਥੋੜੇ ਜਿਹੇ ਖਿੱਚ ਗਏ, ਕਹਿਣ ਲੱਗੇ ਮੈਂ ਬਣਾ ਸਕਦਾ ਸਾਂ, 3 ਦਿਨ ਬਣਾ ਦਿੱਤਾ, ਢਵਾਣਾ ਜੇ ਤੇ ਆਪ ਢਾਲੋ। ਮਹਾਰਾਜ ਕਹਿੰਦੇ ਮੇਰੀ ਮਰਜ਼ੀ ਦਾ ਬਣਿਆ ਨਹੀਂ। ਅੱਗੋਂ ਕਹਿਣ ਲੱਗੇ ਹੱਥ ਝਾੜ ਕੇ, ਮਿੱਟੀ ਵਾਲੇ ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ। ਉਮਰ ਤੁਹਾਡੀ ਕਿੰਨੀ ਹੋ ਗਈ, ਤੁਸੀਂ ਜੋ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ, ਮੇਰਾ ਕਸੂਰ ਕੀ ਹੈ? ਬਜ਼ੁਰਗ ਹੋ ਗਏ ਹੋ ਨਾ। ਜੋ ਸੁਬਾਹ ਕਿਹਾ ਸ਼ਾਮ ਨੂੰ ਭੁੱਲ ਗਏ, ਮੇਰਾ ਕੋਈ ਕਸੂਰ ਨਹੀਂ। ਗੁਰੂ ਰਾਮਦਾਸ ਜੀ ਨੂੰ ਕਿਹਾ ਢਾ ਦਿਓ, 7 ਬਚਨ ਢਾ ਦਿੱਤੇ। ਭਾਈ ਰਾਮਾ ਜੀ ਨਹੀਂ ਆਏ। ਫਿਰ 7 ਦਿਨ ਥੜੇ ਬਣਾਉਂਦੇ ਰਹੇ, 4 ਦਿਨ ਹੋਰ ਬਣਾਏ, ਰੋਜ਼ ਢਵਾਣੇ। 7ਵੇਂ ਦਿਨ ਸੂਰਜ ਅਸਤ ਹੁੰਦਿਆਂ ਸੋਟੀ ਮਾਰ ਕੇ ਥੜੇ ਤੇ ਕਿਹਾ ਢਾ, ਮੇਰੀ ਮਰਜ਼ੀ ਦਾ ਨਹੀਂ ਬਣਿਆ। ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਸੱਚ ਵੇ, ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਦੇਖੋ ਲਫ਼ਜ਼ ਦੋਨਾਂ ਨੇ ਇੱਕੋ ਹੀ ਕਹੇ ਨੇ। ਭਾਈ ਰਾਮਾ ਜੀ ਨੇ ਵੀ ਕਹੇ, ਗੁਰੂ ਰਾਮਦਾਸ ਨੇ। ਮਹਾਰਾਜ ਤੁਹਾਡੀ ਮਰਜ਼ੀ ਦਾ ਬਣਨਾ ਵੀ ਨਹੀਂ, ਨਾਲ ਅੱਖਾਂ ਭਾਰੀਆਂ, ਕਿਉਂ ਨਹੀਂ ਬਣਨਾ? ਕਹਿਣ ਲੱਗੇ ਸਤਿਗੁਰੂ ਮੇਰੀ ਅਲਪ ਬੁੱਧੀ ਏ, ਜੋ ਸਵੇਰੇ ਦੱਸ ਦਿਓ ਮੈਂ ਸ਼ਾਮ ਨੂੰ ਭੁੱਲ ਜਾਣਾ, ਮੈਨੂੰ ਸਮਝ ਕੋਈ ਨਹੀਂ। ਹੁਣ ਦੇਖੋ ਇੱਕ ਸਤਰ ਦੋਨਾਂ ਨੇ ਵਰਤੀ। ਇੱਕ ਕਹਿ ਰਿਹਾ ਕਿ ਤੁਸੀਂ ਬਜ਼ੁਰਗ ਹੋ ਗਏ, ਤੁਸੀਂ ਭੁੱਲ ਜਾਂਦੇ ਹੋ। ਗੁਰੂ ਰਾਮਦਾਸ ਬਾਰੇ ਕਵੀ ਸੰਤੋਖ ਸਿੰਘ ਲਿਖਦੇ ਨੇ, ਗੁਰ ਪ੍ਰਤਾਪ ਸੂਰਜ, ਹੱਥ ਜੋੜ ਕੇ ਕਹਿੰਦੇ ਨੇ ਖਾਓ ਅਜਾਨ ਨਿਤ ਭੁੱਲਣ ਖਾਰੋ। ਮੈਂ ਅਜਾਨ ਖਾਂ, ਮੈਨੂੰ ਸਮਝ ਕੋਈ ਨਹੀਂ। ਇਉਂ ਕਹਿ ਲਈਏ ਇਹ ਬਾਣੀ ਦੀ ਤੁਕ ਅਨੁਸਾਰ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਖਾਓ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ। ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰ ਕੋਈ। ਇੰਨਾ ਯਕੀਨ ਹੋਵੇ, ਭਾਵੇਂ 7 ਦਿਨ ਥੜੇ ਬਣੇ, ਪਰ ਭਰੋਸਾ ਫਿਰ ਵੀ ਕਹਿ ਰਿਹਾ ਕਿ ਮੇਰਾ ਗੁਰੂ ਸੱਚੇ, ਮੈਂ ਅਲਪਾਗਾ ਹਾਂ। ਕਹੋ ਨਾਨਕ ਨਿਸ਼ਚੋ ਧਿਆਵੈ, ਇੰਨੇ ਨਿਸ਼ਚੇ ਨਾਲ ਧਿਆ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਇਹ ਨਿਸ਼ਚਾ ਹੋਵੇ ਕਿ ਜਿਵੇਂ ਕੁੱਤਾ ਮਾਲਕ ਦੇ ਦਰ ਤੇ ਭਰੋਸੇ ਨਾਲ ਬੈਠਾ। ਮੈਂ ਫਿਰ ਅਰਜ਼ ਕਰਾਂਗਾ ਗੁਰਮੁਖੋ, ਬਲਾਈਂਡ ਫੇਥ ਹੀ ਬਣਾਉਣਾ ਪਏਗਾ ਗੁਰੂ ਦੇ ਸਾਹਮਣੇ। ਮੈਂ ਉਸ ਦਿਨ ਅਰਜ਼ ਕੀਤੀ ਸੀ, ਕਹਿੰਦੇ ਇੰਨੀ ਦੁਨੀਆ ਪੜ ਗਈ ਜੀ ਬਲਾਈਂਡ ਫੇਥ,
ਤੇ ਮੈਂ ਇੱਕ ਦਿਨ ਹੱਸ ਕੇ ਕਿਹਾ, ਮੈਂ ਕਿਹਾ ਜਿਸ ਦਿਨ ਬੱਚੇ ਨੂੰ ਸਕੂਲ ਚ ਪਾਇਆ ਮਾਸਟਰ ਨੇ ਏ ਬਣਾ ਕੇ ਦੱਸਿਆ, ਇਹ ਸਿਖਾਈ ਜਾਂ ਊੜਾ ਸਿਖਾਇਆ, ਅੱਜ ਤੱਕ ਕਰੋੜਾਂ ਅਰਬਾਂ ਬੰਦੇ ਪੜ ਚੁੱਕੇ ਨੇ, ਅਰਬਾਂ ਲਫ਼ਜ਼ ਵਰਤਾਂ, ਪਰ ਕਦੀ ਕਿਸੇ ਨੇ ਪਹਿਲੇ ਦਿਨ ਇਹ ਨਹੀਂ ਕਿਹਾ ਕਿ ਮੈਂ ਇਸ ਏ ਨੂੰ ਏ ਨਹੀਂ ਮੰਨਦਾ। ਚੇਤੇ ਰੱਖਿਓ, ਦੁਨੀਆ ਦੀ ਤਾਲੀਮ ਬਲਾਈਂਡ ਫੇਥ ਤੋਂ ਸ਼ੁਰੂ ਹੁੰਦੀ ਹੈ। ਕਦੀ ਕਿਸੇ ਕਿਹਾ ਮੈਂ ਏ ਦੀ ਥਾਂ ਡਬਲਿਊ ਮੰਨਾਂਗਾ, ਇਹਨੂੰ ਹਟਾ ਦਿਓ, ਏ ਨੂੰ ਕਿੰਨੇ ਸਾਲ ਹੋ ਗਏ, ਕਈਆਂ ਸਦੀਆਂ ਤੋਂ ਏ ਲਿਖੀ ਜਾ ਰਹੀ, ਇਹਦਾ ਸਟਰਕਚਰ ਚੇਂਜ ਕਰੋ। ਨਹੀਂ, ਇੱਕ ਬੱਚਾ ਵੀ ਦੁਨਿਆਵੀ ਤਾਲੀਮ ਲੈਣ ਲਈ ਬਲਾਈਂਡ ਫੇਥ ਨਾਲ ਹੀ ਮੰਨਦਾ ਹੈ, ਉੱਥੇ ਫਿਰ ਉਹਦੇ ਗਿਆਨ ਦਾ ਵਿਕਾਸ ਹੁੰਦਾ ਹੈ। ਮੇਰੀ ਅਰਜ਼ ਹੈ, ਨਿਸ਼ਚੋ ਯਕੀਨ ਤਾਂ ਹੀ ਸਿੱਖ ਕਹਿੰਦਾ ਦਾਤਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਅਗਲੇ ਦੋ ਸ਼ਬਦ ਬਣਦਾ ਹੈ, ਵਿਸਾ ਦਾਨ, ਭਰੋਸਾ ਦਾਨ। ਕਹੋ ਨਾਨਕ ਨਿਸ਼ਚੋ ਧਿਆਵੇ, स्वामी को गृह जो सदा स्वान तजतनी नित, नानक ए बिदखर भजो एक मन होए एक चित, इं कहला हम कूकर तेरे दरबार, निश्चो त्यावे हम कूकर तेरे दरबार, भौंकै आ गए बदन पसार, फरमान तेरा सिरा ऊपर फिर ना करत विचार, तू ही दरिया तू ही करिया तुझे ते निस्तार, कबीर कूकर राम को मुतिया मेरो नाव, कहो नानक निश्चो त्यावे। इन्हें यकीन नाल जप, मेरा साईं देखदा है। ये तीन की गल्लां सिमरन च गल चेते रखण वाली हुंदियां ने, जिन्नू मैं जप रहा वो है, जिन्नू मैं जप रहा कल्ला है नहीं, वो मैनू देख रहा है, जिन्नू मैं जप रहा कल्ला देखदा नहीं, मैनू सुनदा भी पिया, यही तां निश्चा है ना। ए मन मत जाने कर दूर है, सदा देख हजूर, सद सुनदा सद वेखदा, कहो नानक निश्चो त्यावे। सद सुनदा सद वेखदा शब्द रहा भरपूर। महाराज कहते ने कि प्यारे सजनों, कि कबीर कुकर राम को मुतिया मेरो नाओ, गले खमारे जेवरी जे खिंचे तैं जाऊं, कहो नानक निश्चो त्यावे। गुरु नानक साहब जी ये निश्चा कितों समझ पाएगा? कह लगे विन सतगुर वाट ना पावे, गुरु तो बिना बाट रस्ता नहीं दिसदा, गुरु ही रस्ता दिखाने वाला है, गुरु ही निश्चा बनाने वाला है। टाइम मैं अज ज्यादा लै गया, किरपा करके बख्श दिया जे। शाम नू इस तुक नू विन सतगुर वाट ना पावे ते नाल पौड़ी, ये सच्चाई है जिहड़ी पौड़ी रात असीं पढ़नी है। कपड़ रूप सुहावना छड़ दुनिया अंदर जावना, ये चमड़ी भी इत्थे सड़ेगी, ये कपड़ियां दे ट्रंक इत्थे भरे रह जाणगे, सवाह दी पोटली बना के बोरी च पा के आ सरहंद नहर च सੱਟ होणगे, बस ये कोई साडे पल्ले। मंदा चंगा अपना आपे कीता, ये रात नूं आपां विचारांगे। यतन करियो 7 सवा 7 तक आपां पहुंच जाइए, क्योंकि